ਜਾਗੋ ਪੰਜਾਬ ਦੇ ਇਸ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਪੰਜਾਬ ਵਿੱਚ ਨੌਜਵਾਨ ਕੀ ਕਰ ਰਹੇ ਨੇ, ਇਸ ਗੱਲ ਵਿੱਚ ਦਿਲਚਸਪੀ ਸਭ ਦੀ ਰਹਿੰਦੀ ਹੈ। ਨੌਜਵਾਨਾਂ ਵਿੱਚ ਕਿਸ ਤਰ੍ਹਾਂ ਦਾ ਚੰਗਾ ਮੰਦਾ ਰੁਝਾਨ ਚੱਲ ਰਿਹਾ ਹੈ, ਇਸ ਵਿੱਚ ਵੀ ਦਿਲਚਸਪੀ ਸਭ ਦੀ ਰਹਿੰਦੀ ਹੈ। ਨੌਜਵਾਨ ਕੀ ਪਾ ਰਹੇ ਨੇ, ਕੀ ਸੁਣ ਰਹੇ ਨੇ ਅਤੇ ਕੀ ਵੇਖ ਰਹੇ ਨੇ, ਇਸ ਹਵਾਲੇ ਨਾਲ ਗੀਤ ਸੰਗੀਤ ਅਤੇ ਫਿਲਮਾਂ ਦੀ ਚਰਚਾ ਵੀ ਹੁੰਦੀ ਹੈ ਤੇ ਇਹਨਾਂ ਦਾ ਨੌਜਵਾਨ ਪੀੜ੍ਹੀ ਉੱਤੇ ਪੈ ਰਿਹਾ ਅਸਰ ਵੀ ਚਰਚਾ ਦਾ ਵਿਸ਼ਾ ਬਣਦਾ ਹੈ। ਪੰਜਾਬ ਦੀਆਂ ਫਿਲਮਾਂ ਅਤੇ ਸੰਗੀਤ ਵਿੱਚ ਔਰਤਾਂ ਦੀ ਪੇਸ਼ਕਾਰੀ ਨੂੰ ਲੈ ਕੇ ਇੱਕ ਮੁਹਿੰਮ ਚੱਲ ਰਹੀ ਹੈ, ਜਿਸ ਵਿੱਚ ਲੱਚਰ ਗਾਇਕੀ ਅਤੇ ਪੇਸ਼ਕਾਰੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮੁਹਿੰਮ ਵਿੱਚ ਮੋਢੀ ਭੂਮਿਕਾ ਇਸਤਰੀ ਜਾਗਰਤੀ ਮੰਚ ਦੀ ਹੈ। ਅੱਜ ਸਾਡੇ ਨਾਲ ਇਸੇ ਵਿਸ਼ੇ ਉੱਤੇ ਚਰਚਾ ਕਰਨ ਲਈ ਸਟੂਡੀਓ ਵਿੱਚ ਹਾਜ਼ਰ ਨੇ ਅਮਨ ਦਿਓਲ, ਜੋ ਇਸਤਰੀ ਜਾਗਰਤੀ ਮੰਚ ਦੀ ਜਨਰਲ ਸਕੱਤਰ ਨੇ। ਇਸ ਦੇ ਨਾਲ ਹੀ ਇਹ ਪੰਜਾਬੀ ਯੂਨੀਵਰਸਿਟੀ ਵਿੱਚ ਫਿਲਮਾਂ ਵਿੱਚ ਔਰਤਾਂ ਦੀ ਪੇਸ਼ਕਾਰੀ ਬਾਰੇ ਖੋਜ ਵੀ ਕਰ ਰਹੇ ਨੇ। ਅਮਨ, ਤੁਹਾਡਾ ਅੱਜ ਦੀ ਇਸ ਚਰਚਾ 'ਚ ਸਵਾਗਤ ਹੈ। ਸ਼ੁਕਰੀਆ ਜੀ। ਸਾਰਿਆਂ ਨੂੰ ਪਹਿਲਾਂ ਮੈਂ ਸਵਾਲ ਇਹ ਪੁੱਛਾਂਗਾ ਕਿ ਤੁਹਾਡੀ ਜਿਹੜੀ ਪਛਾਣ ਹੈ ਉਹ ਇਸਤਰੀ ਜਾਗਰਤੀ ਮੰਚ ਦੇ ਹਵਾਲੇ ਨਾਲ ਹੈ, ਪਰ ਜੇ ਤੁਹਾਨੂੰ ਕੋਈ ਵਿਅਕਤੀਗਤ ਰੂਪ 'ਚ ਇਹ ਪੁੱਛੇ ਕਿ ਤੁਸੀਂ ਆਪਣੀ ਜਾਣ ਪਹਿਚਾਣ ਕਰਾਓ ਤਾਂ ਕਿਵੇਂ ਕਰਵਾਓਗੇ? ਮੈਨੂੰ ਲੱਗਦਾ ਕਿ ਮੇਰੀ ਜਾਣ ਪਛਾਣ ਜਿਹੜੀ ਆ ਉਹ ਇਸਤਰੀ ਜਾਗਰਤੀ ਮੰਚ ਦੇ ਨਾਲ ਹੀ ਆ ਜੀ, ਤੇ ਮੈਂ ਆਪਣੀ ਪਛਾਣ ਇੱਦਾਂ ਹੀ ਕਰਾਉਂਗੀ ਕਿ ਮੈਂ ਇਸਤਰੀ ਜਾਗਰਤੀ ਮੰਚ ਦੀ ਜਨਰਲ ਸੈਕਟਰੀ। ਪਰ ਇੱਕ ਗੱਲ ਇਹ ਹੁੰਦੀ ਹੈ ਕਿ ਤੁਸੀਂ ਕਿੱਥੋਂ ਆਏ ਹੋ, ਕੀ ਕਰਦੇ ਹੋ, ਕਿਵੇਂ ਤੁਹਾਡੀ ਦਿਲਚਸਪੀ ਇਸਤਰੀ ਜਾਗਰਤੀ ਮੰਚ ਤੱਕ ਆਈ? ਉਹ ਹਾਂਜੀ, ਇਹ ਜ਼ਰੂਰ ਹੈਗਾ ਤੁਹਾਡਾ ਸਵਾਲ ਵਧੀਆ ਕਿ ਮੈਂ ਪੜ੍ਹਦੀ ਹਾਂ, ਜਦੋਂ ਮੈਂ ਬੈਚਲਰ ਕਰਦੀ ਸੀ ਜਦੋਂ ਆਪਣੇ ਸਮਾਣੀ ਕਾਲਜ ਦੇ ਵਿੱਚ, ਤਾਂ ਉਦੋਂ ਆਖਰੀ ਦੇ ਜਦੋਂ ਮੇਰਾ ਲਾਸਟ ਈਅਰ ਸੀਗਾ ਬੈਚਲਰ ਡਿਗਰੀ ਦਾ, ਤਾਂ ਉਦੋਂ ਮੈਂ ਥੋੜ੍ਹਾ ਬਹੁਤਾ ਸਟੂਡੈਂਟ ਆਰਗੇਨਾਈਜੇਸ਼ਨ ਨਾਲ ਜੁੜੀ, ਪੰਜਾਬ ਸਟੂਡੈਂਟ ਯੂਨੀਅਨ ਦੇ ਨਾਲ। ਪਰ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮਾਸਟਰਸ ਕਰਨ ਲਈ ਆਈ ਤਾਂ ਉਦੋਂ ਬਾਅਦ ਮੈਂ ਇੱਧਰ ਐਕਟਿਵ ਹੋ ਗਈ ਸੀ। ਉਸ ਤੋਂ ਬਾਅਦ ਕੰਮ ਕੀਤਾ 2-4 ਸਾਲ ਜਿਹੜਾ, ਅਤੇ ਬਾਅਦ 'ਚ ਲੱਗਿਆ ਕਿ ਸਟੂਡੈਂਟ ਵਿੱਚ ਤਾਂ ਲੜਕੇ ਵੀ ਹੈਗੇ ਆ ਕੰਮ ਕਰਨ ਵਾਲੇ, ਤਾਂ ਅਸੀਂ ਕੁਛ ਕੁੜੀਆਂ ਸੀਗੀਆਂ ਜਥੇਬੰਦੀ ਦੇ ਵਿੱਚ, ਤਾਂ ਸਾਨੂੰ ਇਹ ਲੱਗਦਾ ਸੀ ਕਿ ਔਰਤਾਂ 'ਚ ਵੀ ਕੰਮ ਕਰਨਾ ਬਹੁਤ ਜ਼ਰੂਰੀ ਆ, ਕਿਉਂਕਿ ਸਟੂਡੈਂਟਸ ਵਿੱਚ ਮੁੰਡੇ ਆ ਜਾਂਦੇ ਆ ਪਰ ਔਰਤਾਂ ਵਿੱਚ ਕੰਮ ਕਰਨ ਲਈ ਕੁੜੀਆਂ ਨੂੰ ਜ਼ਿਆਦਾ ਲੋੜ ਹੈਗੀ ਆ ਜਾਣ ਦੀ, ਜਿਹਦੇ 'ਚੋਂ ਫਿਰ ਇਹ ਡਿਸੀਜ਼ਨ ਅਸੀਂ ਲਿਆ ਕਿ ਆਪਾਂ ਕੁਛ ਔਰਗੇਨਾਈਜੇਸ਼ਨ ਦੇ ਨਾਲ ਮਿਲਦੇ ਆ, ਜਾਂ ਜਿਵੇਂ ਸਾਨੂੰ ਫਿਰ ਅਸੀਂ ਵੇਖਿਆ ਕਿ ਇਸਤਰੀ ਜਾਗਰਤੀ ਮੰਚ ਜਿਹੜੀ ਜਥੇਬੰਦੀ ਆ ਵੀ ਕੰਮ ਕਰਦੀ ਰਹੀ ਆ ਪਹਿਲਾਂ, ਤਾਂ ਫਿਰ ਅਸੀਂ ਉਹਨਾਂ ਦੇ ਨਾਲ ਕੰਸਰਨ ਕਰਕੇ ਫਿਰ ਅਸੀਂ ਇਸਤਰੀ ਜਾਗਰਤੀ ਮੰਚ ਨੂੰ ਵੀ ਅਸੀਂ ਵੀ ਇਸ 'ਚ ਕਰਨਾ ਚਾਹਾਂਗੇ। ਤਾਂ ਇਸ ਤਰੀਕੇ ਅਮਨ, ਇਸਤਰੀ ਜਾਗਰਤੀ ਮੰਚ ਬਾਰੇ ਆਪਾਂ ਤਫਸੀਲ ਨਾਲ ਗੱਲ ਕਰਾਂਗੇ, ਪਰ ਪਹਿਲਾਂ ਇੱਕ ਸਵਾਲ ਜਿਹੜਾ ਮੈਂ ਪੁੱਛਣਾ ਚਾਹੁੰਦਾ ਉਹ ਇਹ ਹੈ ਕਿ ਤੁਸੀਂ ਪੰਜਾਬੀ ਯੂਨੀਵਰਸਿਟੀ ਵਿੱਚ ਖੋਜ ਵੀ ਕਰਦੇ ਹੋ। ਹਾਂਜੀ, ਤੁਸੀਂ ਐਮਫਿਲ ਕਰ ਲਈ ਹੈ ਤੇ ਪੀਐਚਡੀ ਤੁਸੀਂ ਕਰ ਰਹੇ ਹੋ। ਆਪਣੀ ਖੋਜ ਬਾਰੇ ਜਰਾ ਸਾਨੂੰ ਦੱਸੋ। ਹਾਂਜੀ, ਮੈਂ ਪਹਿਲਾਂ ਐਮਫਿਲ ਦੇ ਵਿੱਚ ਜਿਹੜੀ ਆ ਛੋਟਾ ਜਿਹੜਾ ਖੋਜ ਦਾ ਇੱਕ ਚੈਪਟਰ ਹੁੰਦਾ ਆ, ਉਹਦੇ 'ਚ ਮੈਂ ਸ਼ਹੀਦ ਭਗਤ ਸਿੰਘ ਨਾਲ ਰਿਲੇਟਡ ਫਿਲਮਾਂ ਅਤੇ ਨਾਵਲਾਂ ਦੇ ਵਿੱਚ ਕੰਪੈਰੇਟਿਵ ਸਟੱਡੀ ਦਾ ਜਿਹੜਾ ਕੰਮ ਆਪਣਾ ਪੂਰਾ ਕੀਤਾ। ਅਤੇ ਹੁਣ ਕਿਉਂਕਿ ਜਿਸ ਤਰ੍ਹਾਂ ਦਾ ਵੀ ਮੇਰਾ ਹੈਗਾ ਆ ਇੱਧਰ ਕੰਮ ਕਰਨ ਵਾਲਾ, ਅਤੇ ਅਸੀਂ ਲੱਚਰ ਗਾਇਕੀ ਦੇ ਖਿਲਾਫ ਪੰਜਾਬ 'ਚ ਐਜੀਟੇਟ ਕਰ ਰਹੇ ਹਾਂ, ਤਾਂ ਉਹਦੇ ਨਾਲ ਰਿਲੇਟਡ ਮੈਂ ਚਾਹੁੰਦੀ ਸੀ ਕਿ ਇਹਦੇ ਨਾਲ ਹੀ ਰਿਲੇਟਡ ਕੋਈ ਉੱਦਾਂ ਦਾ ਟੋਪਿਕ ਲਿਆ ਜਾਵੇ ਕਿ ਜਿਹੜਾ ਉਸ ਤਰੀਕੇ ਨਾਲ ਵੀ ਥੋੜ੍ਹਾ ਜਿਹਾ ਕੁਛ ਇੱਧਰ ਐਕਡੈਮਿਕ ਦੇ ਵਿੱਚ ਵੀ ਕੁਛ ਵਧੀਆ ਹੋਵੇ, ਅਤੇ ਜਿਹੜਾ ਮੈਂ ਕਰ ਰਹੀ ਹਾਂ ਉਹਦੇ ਨਾਲ ਵੀ ਜੁੜਿਆ ਰਹੇ, ਤਾਂ ਜਿਹਦੇ 'ਚੋਂ ਫਿਰ ਵਿਜ਼ੂਅਲ ਕਲਚਰ ਦੇ ਵਿੱਚ ਵਿਮਨ ਦੀ ਰਿਪਰਜੈਂਟੇਸ਼ਨ ਨੂੰ ਲੈ ਕੇ ਜਿਹੜਾ ਮੇਰਾ ਟੋਪਿਕ ਹੈਗਾ, ਅਤੇ ਉਹ ਪੰਜਾਬੀ ਗੀਤਾਂ ਅਤੇ ਫਿਲਮਾਂ ਦੇ ਕੰਟੈਕਸਟ ਵਿੱਚ ਇਹ ਟੋਪਿਕ ਆ ਮੇਰਾ PhD ਦਾ, ਕਿ ਦ੍ਰਿਸ਼ ਸੱਭਿਆਚਾਰ ਵਿੱਚ ਔਰਤ ਦੀ ਪੇਸ਼ਕਾਰੀ ਪੰਜਾਬੀ ਗੀਤਾਂ ਅਤੇ ਫਿਲਮਾਂ ਦੇ ਸੰਦਰਭ ਵਿੱਚ। ਮਤਲਬ ਜੋ ਤੁਸੀਂ ਮੁਹਿੰਮ ਦੇ ਵਿੱਚ ਸਰਗਰਮ ਹੋ ਉਸੇ ਦੇ ਨਾਲ ਜੁੜੀ ਹੋਈ ਤੁਸੀਂ ਖੋਜ ਕਰ ਰਹੇ ਹੋ, ਤਾਂ ਕਿ ਇੱਕ ਪਾਸੇ ਐਕਡੈਮਿਕਸ ਦੇ ਵਿੱਚ ਵੀ ਕੋਈ ਚੰਗਾ ਨਿੱਘਰ ਨਰੋਆ ਕੰਮ ਹੋ ਸਕੇ ਤੇ ਦੂਜੇ ਪਾਸੇ ਤੁਹਾਡੀ ਮੁਹਿੰਮ ਨੂੰ ਵੀ ਕੋਈ ਇੱਕ ਚੰਗੀ ਦਲੀਲ ਮਿਲ ਸਕੇ। ਹਾਂਜੀ, ਨਾਲ ਇੱਕ ਚੀਜ਼ ਹੋਰ ਵੀ ਆ, ਜਿਸ ਤਰੀਕੇ ਨਾਲ ਵਿਜ਼ੂਅਲ ਅਸਰ ਪਾ ਰਿਹਾ ਲੋਕਾਂ ਦੇ ਉੱਪਰ, ਸਾਡੇ ਬੱਚਿਆਂ ਦੇ ਉੱਤੇ, ਸਾਡੇ ਨੌਜਵਾਨਾਂ ਦੇ ਉੱਤੇ, ਅਤੇ ਵਿਜ਼ੂਅਲ ਕਲਚਰ ਪੰਜਾਬੀ, ਕਿਉਂਕਿ ਮੇਰਾ ਪੰਜਾਬੀ ਦੇ ਵਿੱਚ ਆ ਕੰਮ, ਤਾਂ ਪੰਜਾਬੀ ਵਿੱਚ ਉਹ ਇਹੋ ਜਿਹੇ ਟੋਪਿਕ ਆ ਨਹੀਂ ਰਹੇ ਕੰਮ ਕਰਨ ਲਈ, ਤਾਂ ਜਿਸੇ ਕਰਕੇ ਸੀਗਾ ਕਿ ਇੱਧਰ ਵੀ ਇਹ ਟੋਪਿਕ 'ਤੇ ਵੀ ਕੰਮ ਹੋਣਾ ਚਾਹੀਦਾ ਆ, ਕਿਉਂਕਿ ਅੱਜ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਅਹਿਮ ਹਿੱਸਾ ਆ, ਇਸ ਕਰਕੇ ਵੀ ਮਤਲਬ ਇਸ ਟੋਪਿਕ ਦੇ ਨਾਲ। ਜਿਵੇਂ ਤੁਸੀਂ ਦੱਸਿਆ ਕਿ ਵੀ ਕੁਛ ਵਿਸ਼ੇ ਨੇ ਜਿਨ੍ਹਾਂ ਦੇ ਉੱਤੇ ਖੋਜ ਨਹੀਂ ਹੋ ਰਹੀ, ਉਸੇ ਤਰੀਕੇ ਨਾਲ ਅਸੀਂ ਜਦੋਂ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਸਿਆਸੀ ਦ੍ਰਿਸ਼ ਨੂੰ ਦੇਖਦੇ ਹਾਂ, ਤੇ ਆਮ ਤੌਰ ਦੇ ਉੱਤੇ ਜਦੋਂ ਜਥੇਬੰਦੀਆਂ ਦੀ ਗੱਲ ਹੁੰਦੀ ਹੈ ਤੇ ਸਿਆਸੀ ਪਾਰਟੀਆਂ ਤੱਕ ਰਹਿ ਜਾਂਦੀ ਹੈ। ਇਸਤਰੀ ਜਾਗਰਤੀ ਮੰਚ ਜਾਂ ਹੋਰ ਇਸ ਕਿਸਮ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਉਸ ਘੇਰੇ 'ਚੋਂ ਬਾਹਰ ਰਹਿ ਜਾਂਦੀਆਂ ਨੇ। ਇਸਤਰੀ ਜਾਗਰਤੀ ਮੰਚ ਦੀ ਜੇ ਤੁਸੀਂ ਪਛਾਣ ਕਰਵਾਉਣੀ ਹੋਵੇ ਵੀ ਕਿਸ ਕਿਸਮ ਦੇ ਮੁੱਦਿਆਂ ਦੇ ਵਿੱਚ ਇਸਤਰੀ ਜਾਗਰਤੀ ਮੰਚ ਦੀ ਦਿਲਚਸਪੀ ਹੈ ਤੇ ਕਿਸ ਕਿਸਮ ਦੀ ਸਰਗਰਮੀ ਕਰਦਾ, ਉਹ ਜਰਾ ਦੱਸੋ। ਹਾਂਜੀ, ਇਸਤਰੀ ਜਾਗਰਤੀ ਮੰਚ ਜਿਹੜਾ ਆ ਇਹ ਇੱਕ ਔਰਤਾਂ ਦੀ ਆਰਗੇਨਾਈਜੇਸ਼ਨ ਹੈਗੀ ਆ, ਅਤੇ ਇਹਦੇ ਵਿੱਚ ਅਸੀਂ ਉਹ ਮੁੱਦੇ ਲੈਣੇ ਆ ਜਿਹੜੇ ਔਰਤ ਨਾਲ ਜੁੜੇ ਹੋਣ, ਕਿ ਔਰਤ ਦੇ ਨਾਲ ਬਹੁਤ ਸਾਰੇ ਇਸ਼ੂ ਜੁੜੇ ਹੁੰਦੇ ਆ, ਪਰ ਇਹਦੇ 'ਚ ਉਹ ਇਸ਼ੂ ਲਈਦੇ ਆ ਕਿ ਜਿਹਦੇ ਨਾਲ ਕੀ ਆ ਕਿ ਔਰਤ ਹੋਣ ਦੇ ਨਾਤੇ ਔਰਤ ਨੂੰ ਕੀ ਪ੍ਰੋਬਲਮਸ ਆਉਂਦੀਆਂ, ਇਸ ਕਰਕੇ ਇਸ ਤਰ੍ਹਾਂ ਦੇ ਇਸ਼ੂਜ਼ ਲਈਦੇ ਨੇ, ਜਿੱਦਾਂ ਰੇਪ ਦਾ ਹੋ ਗਿਆ, ਜਾਂ ਕੁੜੀਆਂ ਦੇ ਨਾਲ ਉਹਨਾਂ ਨੂੰ ਕੁੜੀ ਹੋਣ 'ਤੇ ਜਾਂ ਕਿਸੇ ਨੂੰ ਮਾਰਿਆ ਜਾਂਦਾ ਆ, ਭਰੂਣ ਹੱਤਿਆ, ਜਾਂ ਮਤਲਬ ਦਾਜ ਪਿੱਛੇ ਤੰਗ ਕੀਤਾ ਜਾਂਦਾ ਆ,
ਤਾਂ ਬੇਸਿਕਲੀ ਇਹ ਔਰਤ ਨਾਲ ਜੁੜੀਆਂ ਹੋਈਆਂ ਪ੍ਰੋਬਲਮਸ ਜਿਹੜੀਆਂ ਔਰਤ ਹੋਣ ਦੇ ਨਾਤੇ ਉਹਨੂੰ ਆਉਂਦੀਆਂ ਉਹਨਾਂ ਨੂੰ ਅਸੀਂ ਲੈਂਦੇ ਹਾਂ। ਅਦਰਵਾਈਜ਼ ਸਾਡੀ ਇੱਕ ਇਸ ਪ੍ਰਤੀ ਸਮਝ ਹੈਗੀ ਆ ਕਿ ਇਹਦੇ ਜਿੱਦਾਂ ਦਾ ਸੋਸ਼ਲ ਸੈਟਅਪ ਆ ਸਾਡੇ ਸਮਾਜ ਦਾ ਕਰੈਕਟਰ ਇਹਦੇ ਲਈ ਜ਼ਿੰਮੇਵਾਰ ਆ, ਜਿਹਦੇ ਵਾਸਤੇ ਸਾਨੂੰ ਜਿਹੜੀ ਆ ਵੱਡੇ ਸਟਰਗਲ ਕਰਨ ਦੀ ਲੋੜ ਹੈਗੀ ਆ। ਕਿਸ ਕਿਸਮ ਦੇ ਵੱਡੇ ਸਟਰਗਲ? ਕਿਉਂਕਿ ਜਦੋਂ ਤੁਸੀਂ ਇਹ ਸਾਰੇ ਮੁੱਦਿਆਂ ਦੀ ਗੱਲ ਕੀਤੀ ਹੈ, ਜਿਹਦੇ ਵਿੱਚ ਤੁਸੀਂ ਘਰੇਲੂ ਹਿੰਸਾ ਦੀ ਗੱਲ ਕੀਤੀ ਹੈ, ਬਲਾਤਕਾਰ ਦੀ ਗੱਲ ਕੀਤੀ ਹੈ, ਉਹ ਤੋਂ ਬਿਨਾਂ ਮਤਲਬ ਭਰੂਣ ਹੱਤਿਆ ਦੀ ਗੱਲ ਕੀਤੀ ਹੈ, ਇਹ ਸਾਰੇ ਸਮਾਜਿਕ ਖੇਤਰ ਦੇ ਮਸਲੇ ਨੇ ਜਿਨ੍ਹਾਂ ਨੂੰ ਆਪਾਂ ਸਮਾਜਿਕ ਸਮੱਸਿਆਵਾਂ ਕਹਿੰਦੇ ਹਾਂ। ਇਹਨਾਂ ਦਾ ਜਿਹੜਾ ਹੱਲ ਹੈ ਉਹ ਤੁਸੀਂ ਸਮਾਜ ਦੇ ਵਿੱਚੋਂ ਹੀ ਕਿਸੇ ਕਿਸਮ ਦੀਆਂ ਪਹਿਲ ਕਦਮੀਆਂ ਨਾਲ ਜੋੜ ਕੇ ਵੇਖਦੇ ਹੋ ਜਾਂ ਇਹ ਤੋਂ ਵੀ ਕੋਈ ਵੱਡੀ ਹੋਰ ਗੱਲ ਹੈ? ਬਿਲਕੁਲ, ਦੇਖੋ ਇੱਕ ਤਾਂ ਇਹ ਹੁੰਦਾ ਕਿ ਇੱਕ ਸਾਡੀ ਇੱਕ ਲੋਕਾਂ ਵਿੱਚ ਚੇਤਨਾ ਲਿਜਾਣ ਦਾ ਇੱਕ ਤਰੀਕਾ ਆ, ਨਹੀਂ ਤਾਂ ਜਿਹੜੀ ਇਹ ਗੱਲ ਹੈਗੀ ਆ ਕਿ ਇਹ ਸਾਰੀਆਂ ਸਮੱਸਿਆਵਾਂ ਸਾਡੇ ਸੋਸ਼ਲ ਸੈਟਅਪ ਨਾਲ ਜੁੜੀਆਂ ਹੋਈਆਂ ਆ। ਜਿੰਨੀ ਦੇਰ ਤੱਕ ਉਹ ਸੈਟਅਪ ਜਿਹੜਾ ਆ ਇੱਕ ਬਰਾਬਰੀ ਵਾਲਾ ਨਹੀਂ ਹੁੰਦਾ, ਜਿੱਥੇ ਔਰਤ ਨੂੰ ਇੱਕ ਮਨੁੱਖ ਹੀ ਨਹੀਂ ਮੰਨਿਆ ਜਾਂਦਾ, ਤਾਂ ਜਿੰਨੀ ਦੇਰ ਉਹ ਸੈਟਅਪ ਨਹੀਂ ਆਉਂਦਾ ਉਨੀ ਦੇਰ ਤੱਕ ਇਹ ਜਿਹੜੀਆਂ ਪ੍ਰੋਬਲਮਸ ਰਹਿਣੀਆਂ ਆ। ਪਰ ਫਿਰ ਵੀ ਇਸ ਹਾਲਤ ਦੇ ਵਿੱਚ ਅਸੀਂ ਚੁੱਪ ਤਾਂ ਨਹੀਂ ਰਹਿ ਸਕਦੇ। ਜੀ ਅਮਨ, ਜਦੋਂ ਤੁਸੀਂ ਇਸਤਰੀ ਜਾਗਰਤੀ ਮੰਚ ਦੀ ਪਛਾਣ ਕਰਵਾਈ ਹੈ ਤੇ ਉਹਦਾ ਕਾਫੀ ਵਸੀਹ ਘੇਰਾ ਹੈ। ਔਰਤਾਂ ਹੋਣ ਦੇ ਨਾਤੇ ਜਿਹੜੀਆਂ ਤਮਾਮ ਸਮੱਸਿਆਵਾਂ ਨੇ ਉਹ ਇਸ ਦੇ ਘੇਰੇ 'ਚ ਆਉਂਦੀਆਂ ਨੇ। ਇਸਤਰੀ ਜਾਗਰਤੀ ਮੰਚ ਦੀ ਉਹਨਾਂ ਦੇ ਉੱਤੇ ਵਿੱਚ ਦਿਲਚਸਪੀ ਹੈ। ਪਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਿਹੜੀ ਇਸਤਰੀ ਜਾਗਰਤੀ ਮੁਹਿੰਮ ਦੀ ਮੰਚ ਦੀ ਵੱਡੀ ਮੁਹਿੰਮ ਰਹੀ ਹੈ ਉਹ ਲੱਚਰ ਗਾਇਕੀ ਦੇ ਉੱਤੇ ਜਾਂ ਲੱਚਰ ਪੇਸ਼ਕਾਰੀ ਬਾਰੇ ਰਹੀ ਹੈ। ਉਹ ਮੁੱਦਾ ਜਿਹੜਾ ਤੁਹਾਡੀ ਤਰਜੀਹ 'ਤੇ ਕਿਵੇਂ ਆਇਆ? ਉਹ ਸਾਡੇ ਇਸ ਤਰ੍ਹਾਂ ਆ ਕਿਉਂਕਿ ਚਰਚਾ ਦਾ ਵਿਸ਼ਾ ਤਾਂ ਹਰ ਕਿਤੇ ਰਹਿੰਦਾ ਆ, ਚਾਹੇ ਅਸੀਂ ਕਿਸੇ ਆਮ ਜੀ ਘਰ ਵਿੱਚ ਔਰਤ ਨਾਲ ਗੱਲ ਕਰੀਏ ਤਾਂ ਕਹਿੰਦੇ ਆ ਇਹਨਾਂ ਨੇ ਤਾਂ ਗੰਦ ਪਾਇਆ ਪਿਆ ਆ, ਜਾਂ ਮਤਲਬ ਬੱਚਿਆਂ ਦਾ ਹਾਲ ਹੀ ਨਹੀਂ ਹੈਗਾ, ਇਹਨਾਂ ਤੇ ਸਾਰਾ ਪਰਦਾ ਚੱਕ ਦਿੱਤਾ। ਤਾਂ ਇੱਦਾਂ ਦੀ ਗੱਲਬਾਤ ਤਾਂ ਚਾਹੇ ਆਉਂਦੀ ਸੀ, ਪਰ ਜਦੋਂ ਅਸੀਂ ਕੀਤਾ ਵੀ ਇਸ 'ਤੇ ਕੁਛ ਕਰਨਾ ਚਾਹੀਦਾ ਆ ਤਾਂ ਉਸ 'ਚ ਅਸੀਂ ਇੱਕ ਫਿਰ ਸਾਡੀ ਜਿਹੜੀ ਸਟੇਟ ਬਾਡੀ ਦੇ ਵਿੱਚ ਇੱਕ ਫੈਸਲਾ ਹੋਇਆ ਕਿ ਆਪਾਂ ਪਹਿਲਾਂ ਸਰਵੇ ਕਰੀਏ, ਕਿਉਂਕਿ ਇਸ ਤਰੀਕੇ ਦੇ ਨਾਲ ਅਸੀਂ ਕਿਸੇ ਗਾਇਕ ਦੇ ਜਾਂ ਕੁਛ ਇੱਦਾਂ ਦਾ ਕੁਛ ਕਰ ਨਹੀਂ ਸਕਦੇ, ਜਿਹਦੇ 'ਚੋਂ ਅਸੀਂ ਫਿਰ ਸਰਵੇ ਕੀਤਾ ਜਿੱਥੇ ਵੀ ਸਾਡੇ ਮੈਂਬਰ ਸੀਗੇ ਜਥੇਬੰਦੀ ਦੇ, ਜਿੱਥੇ ਵੀ ਸਾਡੀ ਜਥੇਬੰਦੀ ਕੰਮ ਕਰਦੀ ਆ, ਤਾਂ ਉਸ ਦੇ ਵਿੱਚੋਂ ਕੁਛ ਕੁ ਗਾਇਕਾਂ ਦੇ ਬਹੁਤ ਪ੍ਰੋਮੀਨੈਂਟ ਰੂਪ ਦੇ ਵਿੱਚ ਸਿੱਧੇ ਰੂਪ 'ਚ ਉਹ ਲੋਕਾਂ ਵੱਲੋਂ ਗੱਲ ਆਈ ਵੀ ਇਹਨਾਂ ਨੇ ਬਹੁਤ ਗੰਦ ਪਾਇਆ, ਵੀ ਇਹਦਾ ਇੱਥੇ ਕੁਛ ਕਰਨਾ। ਉਹ ਤੋਂ ਬਾਅਦ ਉਹਨਾਂ ਨੂੰ ਨਿਸ਼ਾਨਦੇਹੀ ਕਰਕੇ ਤੁਸੀਂ ਇੱਕ ਮੁਹਿੰਮ ਸ਼ੁਰੂ ਕੀਤੀ। ਅਮਨ, ਸਾਡੇ ਨਾਲ ਕੁਝ ਕਾਲਰ ਜੁੜੇ ਹੋਏ ਨੇ। ਹਾਂਜੀ, ਤੁਸੀਂ ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ, ਕੀ ਪੁੱਛਣਾ ਚਾਹੁੰਦੇ ਹੋ ਅਮਨ ਦੇ ਵੱਲੋਂ ਤੁਸੀਂ? ਹਾਂਜੀ, ਸਤਿ ਸ੍ਰੀ ਅਕਾਲ ਜੀ ਤੁਹਾਨੂੰ ਤੇ ਤੁਹਾਡੇ ਮਹਿਮਾਨ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਅਸੀਂ ਜਰਮਨ ਤੋਂ ਬੋਲਦੇ ਹਾਂ ਤੇ ਜਿਹੜਾ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਜੀ, ਜਿਹੜਾ ਲੱਚਰ ਗਾਣਿਆਂ ਦੇ ਉੱਤੇ ਚੱਲਦਾ ਪਿਆ, ਇਹ ਜਿਹੜੇ ਵੀਰ ਇਸ ਬਾਰੇ ਕਾਰਵਾਈ ਕਰਦੇ ਆ ਤੇ ਬਹੁਤ ਚੰਗਾ ਕਰ ਰਹੇ ਆ ਜੀ। ਜੀ ਤੁਸੀਂ ਸਾਡੇ ਨਾਲ ਅਸੀਂ ਵੀ ਇਹਨਾਂ ਦਾ ਸਾਥ ਦੇਣਾ ਚਾਹੁੰਦੇ ਆ ਜੀ, ਤੇ ਸਾਨੂੰ ਜੇ ਇਹਨਾਂ ਦਾ ਕੋਈ ਨੰਬਰ ਕੁਝ ਮਿਲ ਜੇ ਤੇ ਬੜੀ ਮਿਹਰਬਾਨੀ ਹੈ। ਅਸੀਂ ਵੀ ਇਸੇ ਕੰਮ ਤੇ ਚੱਲ ਰਹੇ ਹਾਂ ਜੀ। ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਾਅਦ ਦੇ ਵਿੱਚ ਪ੍ਰੋਗਰਾਮ ਤੋਂ ਫੋਨ ਕਰਿਓ ਤੇ ਤੁਹਾਡੀ ਅਮਨ ਨਾਲ ਅਸੀਂ ਗੱਲ ਕਰਵਾ ਦਿਆਂਗੇ। ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ। ਹਾਂਜੀ, ਤੁਸੀਂ ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਜੀ ਸਰ, ਮੈਂ ਰੁਪਿੰਦਰ ਬੋਲ ਰਹੀ ਹਾਂ ਹੁਸ਼ਿਆਰਪੁਰ ਤੋਂ। ਹਾਂਜੀ ਰੁਪਿੰਦਰ ਜੀ। ਸਰ ਅਸੀਂ ਤੁਹਾਡੀ ਡਿਬੇਟ ਦੇਖ ਰਹੀ ਤਾਂ ਤੇ ਅੱਜ ਜਾਗੋ 'ਚ ਦੇਖ ਕੇ ਕਾਫੀ ਖੁਸ਼ੀ ਹੋਈ ਹੈ ਤੁਹਾਨੂੰ ਜੀ। ਤੇ ਮੈਂ ਮੈਮ ਤੋਂ ਪੁੱਛਣਾ ਚਾਹਾਂਗੀ ਕਿ ਅਸੀਂ ਮਤਲਬ ਹਮੇਸ਼ਾ ਗਾਇਕਾਂ ਦੇ ਖਿਲਾਫ ਤਾਂ ਖੜੇ ਹੁੰਦੇ ਹੀ ਹਾਂ, ਬਟ ਸਾਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਕੀ ਕਰਨਾ ਚਾਹੀਦਾ? ਕਿਉਂਕਿ ਅੱਜ ਕੱਲ੍ਹ ਸਾਡੇ ਖੁਦ ਘਰਾਂ 'ਚ ਵਿਆਹਾਂ ਦੇ ਗਾਣੇ ਚੱਲਦੇ ਆ, ਅਸੀਂ ਬੜੇ ਖੁਸ਼ ਹੋ ਕੇ ਨੱਚਦੇ ਹਾਂ, ਪਰ ਬਾਅਦ ਵਿੱਚ ਅਸੀਂ ਕਹਿੰਦੇ ਹਾਂ ਕਿ ਗਾਣੇ ਚੰਗੇ ਨਹੀਂ ਹੈ, ਇਹ ਲੱਚਰ ਗਾਇਕੀ ਹੈ। ਤੇ ਮਤਲਬ ਲੋਕਾਂ ਨੂੰ ਜਿਹੜਾ ਜਾਗਰੂਕ ਕਰਨ ਲਈ ਕੀ ਸਟੈਪ ਜਿਹੜੇ ਚੱਕੇ ਜਾ ਰਹੇ ਨੇ? ਜੀ ਅਮਨ, ਉਹਨਾਂ ਨੇ ਬਹੁਤ ਦਿਲਚਸਪ ਸਵਾਲ ਰੁਪਿੰਦਰ ਨੇ ਪੁੱਛਿਆ। ਮੈਂ ਉਹਦੇ 'ਚ ਸਿਰਫ ਇੱਕ ਗੱਲ ਇਹ ਜੋੜਨੀ ਚਾਹੁੰਦਾ ਹਾਂ ਕਿ ਜਿਵੇਂ ਉਹਨਾਂ ਨੇ ਕਿਹਾ ਕਿ ਸਾਡੇ ਵਿਆਹਾਂ ਦੇ ਉੱਤੇ ਇਹੀ ਗਾਣੇ ਵੱਜਦੇ ਨੇ ਤੇ ਅਸੀਂ ਬਹੁਤ ਚਾਅ ਨਾਲ ਉਹਨਾਂ 'ਤੇ ਨੱਚਦੇ ਹਾਂ, ਮੈਂ ਸਿਰਫ ਉਹਦੇ ਨਾਲ ਇੱਕ ਗੱਲ ਜੋੜਨੀ ਚਾਹੁੰਦਾ, ਉਹ ਇਹ ਹੈ ਕਿ ਵੀ ਇੱਕ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਜਦੋਂ ਇਹ ਗਾਣੇ ਵਿਕਦੇ ਨੇ, ਲੋਕ ਦੇਖਦੇ ਨੇ, ਤੇ ਤੁਹਾਨੂੰ ਕੀ ਇਤਰਾਜ਼ ਹੈ? ਨਹੀਂ ਦੇਖੋ, ਇੱਕ ਚੀਜ਼ ਆ ਨੱਚਣਾ। ਦੇਖੋ ਜਦੋਂ ਢੋਲ ਸੀ ਲੋਕ ਉਦੋਂ ਵੀ ਨੱਚਦੇ ਸੀ, ਬੀਟ ਦੇ ਉੱਤੇ ਲੋਕਾਂ ਨੇ ਨੱਚਣਾ ਆ। ਤੁਸੀਂ ਦੇਖੋ ਇੱਕ ਚੀਜ਼, ਜੇ ਹਨੀ ਸਿੰਘ ਦੇ ਸੰਬੰਧ ਵਿੱਚ ਗੱਲ ਕਰਨੀ ਹੋਵੇ ਤਾਂ ਹਨੀ ਸਿੰਘ ਦੇ ਗਾਣਿਆਂ ਦਾ ਮਿਊਜ਼ਿਕ ਬਹੁਤ ਸੋਹਣਾ ਹੁੰਦਾ ਆ ਕਿ ਕਿਸੇ ਵੀ ਬੰਦੇ ਦਾ ਪੈਰ ਥਿੜਕ ਸਕਦਾ ਆ, ਪਰ ਉਹਦੀ ਟੈਕਸਟ ਦੇਖੋ, ਉਹਦੀ ਵੀਡੀਓ ਦੇਖੋ, ਇਹ ਚੀਜ਼ ਸਾਡੇ ਦੇਖੋ, ਅਸੀਂ ਕੋਈ ਅੰਨਾ ਵਿਰੋਧ ਕਰਨਾ ਸਾਡਾ ਮਕਸਦ ਨਹੀਂ ਹੈਗਾ। ਘੱਟੋ ਘੱਟ ਜਿਹੜੀ ਇਹ ਗੱਲ ਆ, ਜੇ ਵਿਰੋਧ ਕੀਤਾ ਆ ਉਹਦੇ ਨਾਲ ਇੱਕ ਲੋਕਾਂ 'ਚ ਕੌਨਸ਼ੀਅਸਨੈਸ ਗਈ ਹੈਗੀ ਆ ਕਿ ਇਸ ਤਰੀਕੇ ਨਾਲ ਵੀ ਵਿਰੋਧ ਕੀਤਾ ਜਾ ਸਕਦਾ। ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਵਿਰੋਧ ਹੋ ਰਿਹਾ ਆ ਉਹ ਇਹਦੇ ਨਾਲ ਜੁੜਿਆ ਹੋਇਆ ਹੀ ਆ, ਕਿਉਂਕਿ ਅਸੀਂ ਸਿਰਫ ਘਰਾਂ 'ਚ ਇਕੱਲਿਆਂ ਨੂੰ ਨਹੀਂ ਕਰ ਸਕਦੇ ਹੈਗੇ ਵੀ ਤੁਸੀਂ ਨਾ ਕਰੋ। ਮੈਂ ਆਪਣੇ ਘਰਦਿਆਂ ਨੂੰ ਨਹੀਂ ਬਦਲ ਸਕਦੇ ਹੈਗੇ। ਅਸੀਂ ਤਾਂ ਜਦੋਂ ਲੋਕਾਂ 'ਚ ਗੱਲ ਲੈ ਕੇ ਜਾਂਦੇ ਹਾਂ ਤਾਂ ਲੋਕਾਂ ਨੂੰ ਉਸ ਚੀਜ਼ ਦਾ ਲੱਗਦਾ ਆ ਵੀ ਇਹ ਗੱਲ ਠੀਕ ਆ, ਤਾਂ ਇਸ ਤਰੀਕੇ ਦੇ ਨਾਲ ਹੀ ਚੇਤਨਤਾ ਵਾਪਰਦੀ ਆ। ਇਸੇ ਕਰਕੇ ਹੀ ਜਦੋਂ ਇਸਤਰੀ ਜਾਗਰਤੀ ਮੰਚ ਨੇ ਕੀਤਾ ਪੰਜਾਬ ਦੇ ਵਿੱਚ, ਉਹਦੇ ਨਾਲ ਉਸ ਤੋਂ ਬਾਅਦ ਲਗਾਤਾਰ ਇਸ ਚੀਜ਼ ਦੇ ਖਿਲਾਫ ਆਰਟੀਕਲ ਕੀ
ਪ੍ਰੋਗਰਾਮ ਕੀ ਆਉਂਦੇ ਰਹੇ ਟੀਵੀਆਂ ਤੇ ਜਾਂ ਬਹੁਤ ਸਾਰੀਆਂ ਚੀਜ਼ਾਂ ਇਸ ਤੋਂ ਬਾਅਦ ਵਾਪਰਿਆ, ਤਾਂ ਇਹ ਵੀ ਉਸੇ ਚੇਤਨਾ ਦੇ ਨਾਲ ਜੁੜਿਆ ਹੋਇਆ ਆ। ਅਸੀਂ ਇਹਨੂੰ ਇਹਦੇ ਤੋਂ ਤੋੜ ਕੇ ਨਹੀਂ ਦੇਖ ਸਕਦੇ, ਨਾ ਹੀ ਅਸੀਂ ਇਕੱਲੇ ਪਰਿਵਾਰ 'ਚ ਜਾ ਸਕਦੇ। ਇੱਕ ਤਰੀਕਾ ਆ ਮੀਡੀਆ ਰਾਹੀਂ, ਜਾਂ ਜਦੋਂ ਅਸੀਂ ਇਸ ਤਰੀਕੇ ਨਾਲ ਪ੍ਰੋਟੈਸਟ ਕਰਦੇ ਹਾਂ ਤਾਂ ਉਹ ਲੋਕਾਂ ਦੇ ਵਿੱਚ ਗੱਲ ਚਲੀ ਜਾਂਦੀ ਹੈਗੀ ਜੀ। ਅਮਨ, ਜਿਹੜੀ ਇੱਕ ਗੱਲ ਇਹ ਹੈ ਕਿ ਵੀ ਇੱਕ ਜਿਹੜੀ ਦਲੀਲ ਖਾਸ ਤੌਰ ਦੇ ਉੱਤੇ ਉਸ ਖੇਮੇ ਵੱਲੋਂ ਦਿੱਤੀ ਜਾਂਦੀ ਹੈ, ਉਹ ਇਹ ਦਿੱਤੀ ਜਾਂਦੀ ਹੈ ਕਿ ਦੇਖੋ ਇਹ ਸਾਰਿਆਂ ਨਾਲੋਂ ਮਕਬੂਲ ਗਾਇਕ ਨੇ, ਮੁੰਡੇ ਕੁੜੀਆਂ ਇਹਨਾਂ ਨੂੰ ਸੁਣਦੇ ਨੇ ਤੇ ਸਾਰਿਆਂ ਨਾਲੋਂ ਵੱਧ ਵਿਕਦੇ ਨੇ, ਇੰਟਰਨੈਟ ਦੇ ਉੱਤੇ ਦੇਖੇ ਜਾਂਦੇ ਨੇ। ਉਹਨੂੰ ਤੁਸੀਂ ਕਿਵੇਂ ਦੇਖੋਗੇ ਕਿ ਮਤਲਬ ਉਹਦਾ ਕੋਈ ਇੰਪ੍ਰੈਸ਼ਨੇਬਲ ਏਜ ਨਾਲ ਕੋਈ ਰਾਬਤਾ ਜਾਂ ਕੁਛ ਉਹ ਤੋਂ ਵੱਧ ਹੈ? ਬਿਲਕੁਲ, ਦੇਖੋ ਜੀ, ਇੱਕ ਚੀਜ਼ ਜਿਹੜੀ ਹੈਗੀ ਹੈ ਕਿ ਫਿਲਮਾਂ ਤੇ ਗੀਤਾਂ ਦੇ ਕੰਟੈਕਸਟ ਵਿੱਚ ਜੇ ਆਪਾਂ ਕਰਨੀ ਹੋਵੇ ਤਾਂ ਇਹ ਖਾਸ ਆਡੀਅנס ਨੂੰ ਜਿਹੜੀ ਆ ਸੰਬੋਧਿਤ ਹੁੰਦੀ ਆ ਜੀ। ਜਿਵੇਂ ਮੰਨ ਲਓ ਫਿਲਮਾਂ ਆਉਂਦੀਆਂ, ਉਹ ਨੌਜਵਾਨਾਂ ਨੂੰ ਕਿਉਂ ਸੰਬੋਧਿਤ ਹੁੰਦੀਆਂ? ਵੱਧ ਨੌਜਵਾਨ ਦੇਖਣ ਜਾਂਦੇ ਆ। ਉਸੇ ਤਰ੍ਹਾਂ ਗੀਤ ਵੀ ਹੈਗੇ ਆ ਕਿ ਉਹ ਇੱਕ ਖਾਸ ਏਜ ਨੂੰ ਦੇਖ ਕੇ ਉਹਨਾਂ ਨੂੰ ਸੰਬੋਧਿਤ ਹੁੰਦੇ ਆ। ਤੇ ਹੁਣ ਜਿਸ ਤਰ੍ਹਾਂ ਦੀ ਅੱਜ ਹਾਲਤ ਆ, ਉਹਦੇ ਵਿੱਚ ਗਾਇਕੀ ਦੇ ਵਿੱਚ ਚੰਗਾ ਆਉਣ ਦੀ ਬਜਾਏ ਜੇ ਮੰਦਾ ਹੀ ਆਈ ਜਾਊਗਾ ਤਾਂ ਲੋਕ ਤਾਂ ਉਹੀ ਕੁਝ ਸੁਣਨਗੇ। ਜਿਵੇਂ ਕਹਿੰਦੇ ਕਿ ਜੇ ਸਾਫ਼ ਪਾਣੀ ਨਹੀਂ ਮਿਲੂਗਾ ਤਾਂ ਅਸੀਂ ਗੰਦਾ ਪੀਣ ਲਈ ਮਜਬੂਰ ਹੋਵਾਂਗੇ। ਅੱਜ ਸਾਡੇ ਉਹਨਾਂ ਬੱਚਿਆਂ ਦੇ ਕੋਲ ਕੋਈ ਹੋਰ ਅਲਟਰਨੇਟ ਨਹੀਂ ਹੈਗਾ, ਜਿਸ ਕਰਕੇ ਉਹ ਉਹੀ ਸੁਣੀ ਜਾਂਦੇ ਆ, ਉਹਦੇ ਤੇ ਹੀ ਨੱਚਦੇ ਆ। ਜੇ ਸਾਡੇ ਸਾਹਮਣੇ ਕੋਈ ਅਲਟਰਨੇਟ ਆਊਗਾ, ਜੇ ਅਸੀਂ ਅੱਜ ਕੋਈ ਵਿਰੋਧ ਕਰਦੇ ਹਾਂ ਇਸ ਚੀਜ਼ ਦੇ ਖਿਲਾਫ, ਤਾਂ ਉਹਦੇ ਮੰਗ ਇਹ ਵੀ ਹੈ ਨਾ ਕਿ ਇਹਦਾ ਅਲਟਰਨੇਟ ਹੋਵੇ, ਇਹਦੇ ਪ੍ਰਤੀ ਗਵਰਨਮੈਂਟ ਦੀ ਕੋਈ ਪਾਲਿਸੀ ਹੋਵੇ, ਤਾਂ ਹੀ ਫਿਰ ਜਿਹੜੀ ਆ ਇਹ ਚੀਜ਼ ਠੀਕ ਹੋ ਸਕਦੀ ਆ। ਦੂਜਾ, ਜਿਵੇਂ ਆਪਾਂ ਕਹਿੰਦੇ ਆ ਕਿ ਨੌਜਵਾਨ ਕਿਸੇ ਮੁਲਕ ਦਾ ਭਵਿੱਖ ਹੁੰਦੇ ਆ, ਤੇ ਨੌਜਵਾਨ ਉਹ ਪਰਮਾਣੂ ਸ਼ਕਤੀ ਆ, ਜੇ ਉਹਨੂੰ ਸਹੀ ਪਾਸੇ ਲਾ ਦਿਓ ਤਾਂ ਉਹ ਲੱਖਾਂ ਘਰ ਰੋਸ਼ਨਾ ਦਿੰਦੀ ਆ, ਪਰ ਉਹ ਜੇ ਉਹੀ ਗਲਤ ਪਾਸੇ ਲੱਗ ਜੇ ਤਾਂ ਉਹ ਤਬਾਹ ਵੀ ਕਰ ਸਕਦੀ ਆ ਸਾਰਾ ਕੁਝ। ਇਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਨੌਜਵਾਨੀ ਨੂੰ, ਤੇ ਇਸ ਕਰਕੇ ਇੱਥੇ ਚੇਤਨਤਾ ਲਿਆਉਣ ਦੀ ਵੀ ਲੋੜ ਆ ਸਾਡੇ ਨੌਜਵਾਨਾਂ ਦੇ ਵਿੱਚ ਵੀ ਕਿ ਅਸੀਂ ਕੀ ਸੁਣਨਾ ਆ। ਉਹ ਅਜੇ ਉਹਨਾਂ 'ਚ ਚੇਤਨਤਾ ਤਾਂ ਆਉਣੀ ਆ ਜੇ ਉਹ ਥੋੜ੍ਹਾ ਇਸ ਚੀਜ਼ ਪ੍ਰਤੀ ਸੁਹਿਰਦ ਹੋਣਗੇ। ਪਰ ਜਿਵੇਂ ਇਹਦਾ ਪਾਲਣ ਪੋਸ਼ਣ ਆ, ਬੱਚਿਆਂ ਸ਼ੁਰੂ ਤੋਂ ਹੀ 2 ਸਾਲਾਂ ਦੇ ਬੱਚੇ ਵੀ TV ਦੇਖਣ ਲੱਗ ਤਾਂ ਉਹਦੇ ਵਿੱਚ ਉਹ ਉਸ ਤਰ੍ਹਾਂ ਦੇ ਹੀ ਹੋਈ ਜਾ ਰਹੇ ਆ। ਇਸ ਐਜੀਟੇਸ਼ਨ ਦਾ ਜਿਹੜਾ ਹੈਗਾ ਆ, ਜੇ ਅਸੀਂ ਕਰਦੇ ਆ ਤਾਂ ਇਹਦੇ ਨਾਲ ਸਾਡਾ ਇਹ ਵੀ ਆ ਕਿ ਆਲ ਓਵਰ ਸਮਾਜ ਦੇ ਵਿੱਚ ਇਹਦੇ ਪ੍ਰਤੀ ਕੋਈ ਕੌਨਸ਼ੀਅਸਨੈਸ ਜਾਵੇ ਕਿ ਅਸੀਂ ਕੀ ਸੁਣਨਾ ਆ, ਕੀ ਨਹੀਂ ਸੁਣਨਾ, ਕਿਹਨੂੰ ਨਕਾਰਨਾ ਹੈ, ਕਿਹਨੂੰ ਸਵੀਕਾਰਨਾ ਹੈ। ਜੀ ਅਮਨ, ਕਈ ਸਾਰੇ ਜਿਹੜੇ ਸਵਾਲ ਨੇ ਜਿਹੜਾ ਤੁਸੀਂ ਜਵਾਬ ਦਿੱਤਾ ਉਹਦੇ ਵਿੱਚੋਂ ਹੀ ਉਪਜਦੇ ਨੇ। ਅਮਨ, ਇਹ ਤਾਂ ਇੱਕ ਜਾਇਜ਼ ਸਵਾਲ ਹੈ ਕਿ ਜਦੋਂ ਆਪਾਂ ਕਹਿੰਦੇ ਆ ਕਿ ਤੁਸੀਂ ਇਹ ਗੀਤ ਨਾ ਸੁਣੋ ਤੇ ਸਾਹਮਣੇ ਵਾਲਾ ਇਹ ਪੁੱਛੇਗਾ ਕਿ ਹੋਰ ਕੀ ਸੁਣੀਏ, ਜਾਂ ਇੱਕ ਇਹਦੇ ਨਾਲ ਜੁੜੀ ਹੋਈ ਗੱਲ ਹੈ ਕਿ ਤੁਹਾਡੀ ਮੁਹਿੰਮ ਬਾਰੇ ਵੀ ਕਈ ਵਾਰ ਇਹ ਟਿੱਪਣੀ ਕੀਤੀ ਜਾਂਦੀ ਰਹੀ ਹੈ ਕਿ ਤੁਸੀਂ ਇਹਨਾਂ ਦਾ ਵਿਰੋਧ ਕਰਦੇ ਹੋ, ਕਿਸੇ ਹੋਰ ਦਾ ਤੁਸੀਂ ਜਿਹੜਾ ਹੈ ਉਹ ਮਦਦ ਕਰੋ ਜਾਂ ਉਹਦਾ ਪ੍ਰਚਾਰ ਕਰੋ। ਇਸ ਸਵਾਲ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਜੀ, ਇਹ ਚੀਜ਼ ਜਿਹੜੀ ਆ, ਫਿਰ ਜੇ ਇਸ ਤਰੀਕੇ ਨਾਲ ਅਸੀਂ ਕਰਾਂਗੇ ਕਿਸੇ ਦਾ ਪ੍ਰਚਾਰ ਜਾ ਕੇ, ਤਾਂ ਇਹਦੇ ਨਾਲ ਫਿਰ ਬਹੁਤ ਸਾਰੇ ਲੋਕ, ਜਿਸ ਤਰ੍ਹਾਂ ਜਦੋਂ ਅਸੀਂ ਵਿਰੋਧ ਕੀਤਾ ਤਾਂ ਸਾਡੇ ਕੋਲ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਜਿਹੜੇ ਗਾਇਕ ਵੀ ਸੀ, ਜਿਨ੍ਹਾਂ ਚੋਂ ਕੁਝ ਬੰਦੇ ਲਿਖਦੇ ਵੀ ਸੀ ਤੇ ਗਾਉਂਦੇ ਵੀ ਸੀ। ਉਹਨਾਂ ਦੇ ਆਏ ਜੀ ਤੁਸੀਂ ਸਾਡੀ ਇਹਨੂੰ CD ਨੂੰ ਵੇਚੋ, ਦਾ ਮਤਲਬ ਉਹ ਸਾਡੇ ਹੱਥ ਵੱਸ ਦਾ ਕੰਮ ਨਹੀਂ ਹੈਗਾ। ਦੇਖੋ, ਜੋ ਸਾਡੀ ਜਥੇਬੰਦੀ, ਇੱਕ ਤਾਂ ਹੱਥ ਵੱਸ ਦਾ ਮਸਲਾ ਹੈਗਾ ਕਿ ਤੁਹਾਡਾ ਕਾਰੋਬਾਰ ਨਹੀਂ ਹੈਗਾ, ਦੂਜਾ ਗੱਲ ਹੈ ਕਿ ਤੁਹਾਡੀ ਸਮਝ ਦਾ ਮਸਲਾ। ਬਿਲਕੁਲ, ਕਿ ਉਹ ਜਿਹੜੇ ਗੀਤ ਨੇ ਜਾਂ ਕੈਸਟਾਂ ਨੇ ਉਹਨਾਂ ਬਾਰੇ ਇਸਤਰੀ ਜਾਗਰਤੀ ਮੰਚ ਇਹ ਸਮਝਦਾ ਸੀਗਾ ਕਿ ਇਹ ਚੰਗੀਆਂ ਨੇ, ਇਹ ਚੰਗਾ ਰੁਝਾਨ ਲੋਕਾਂ ਦੇ ਵਿੱਚ ਜਾਣਾ ਚਾਹੀਦਾ, ਜਾਂ ਉਹਨਾਂ ਦੇ ਵਿੱਚ ਵੀ ਕੋਈ ਕੱਚ ਸੀਗੀ? ਨਹੀਂ, ਉਹਨਾਂ 'ਚ ਦੇਖੋ, ਉਹਨਾਂ 'ਚ ਵੀ ਸਾਨੂੰ ਲੱਗਿਆ ਕਿ ਨਹੀਂ ਹੈ ਗੱਲਬਾਤ ਉੱਦਾਂ ਦੀ, ਜਾਂ ਮਤਲਬ ਪਹਿਲੀ ਗੱਲ ਤਾਂ ਇਹੀ ਹੈ ਕਿ ਅਸੀਂ ਉਹਨਾਂ ਦਾ ਪ੍ਰਚਾਰ ਨਹੀਂ ਕਰ ਸਕਦੇ। ਸਾਡੇ ਮਤਲਬ ਇਹ ਘੇਰੇ 'ਚ ਇਹ ਚੀਜ਼ ਨਹੀਂ ਆਉਂਦੀ ਹੈਗੀ। ਸਾਡਾ ਜਿਹੜਾ ਪਰਪਸ ਹੈਗਾ ਆ, ਜੇ ਅਸੀਂ ਗੰਦੀ ਗਾਇਕੀ ਦਾ ਵਿਰੋਧ ਕੀਤਾ ਆ ਤਾਂ ਉਹਦਾ ਇੱਕ ਰੀਜ਼ਨ ਆ ਕਿ ਉਹਦੇ ਵਿੱਚ ਸਾਡੀਆਂ ਕੁੜੀਆਂ ਨੂੰ ਇੰਨਾ ਇਨਡੀਸੈਂਟ ਪ੍ਰੈਜ਼ੈਂਟ ਕੀਤਾ ਜਾਂਦਾ ਆ, ਇੰਨੇ ਗਲਤ ਤਰੀਕੇ ਨਾਲ, ਭੱਦੇ ਤਰੀਕੇ ਨਾਲ ਪੇਸ਼ ਕੀਤਾ ਜਾਂਦਾ, ਜਿਹਦੇ ਕਰਕੇ ਜਿਹੜਾ ਇੱਕ ਬਹੁਤ ਵੱਡਾ ਰੀਜ਼ਨ ਆ ਕਿ ਸਾਡੀਆਂ ਕੁੜੀਆਂ ਦੇ ਨਾਲ ਜਿਹੜੇ ਆ ਉੱਦਾਂ ਦੇ ਜਿਹੜੇ ਧੱਕੇ ਵਾਪਰ ਰਹੇ ਆ। ਜਿਵੇਂ ਗੀਤਾਂ ਦੇ ਰਾਹੀਂ ਹੀ ਕਮੈਂਟਿੰਗ ਹੁੰਦੀ ਆ ਕੁੜੀਆਂ ਦੇ ਉੱਤੇ। ਇੱਕ ਐਜ਼ ਏ ਕੁੜੀ ਹੋਣ ਦੇ ਨਾਤੇ ਇਸ ਚੀਜ਼ ਨੂੰ ਵੱਧ ਫੀਲ ਕਰ ਸਕਦੇ ਆ ਕਿ ਕੋਈ ਗੀਤ ਗਾ ਕੇ ਤੁਹਾਨੂੰ ਮਤਲਬ ਬਹੁਤ ਸ਼ਰਮਿੰਦਗੀ ਮਹਿਸੂਸ ਕਰਵਾ ਸਕਦਾ ਆ। ਮਤਲਬ ਕੁੱਲ ਮਿਲਾ ਕੇ ਲੱਗ ਇਹ ਰਿਹਾ ਕਿ ਉਹ ਕੋਈ ਗੀਤ ਗਾ ਰਿਹਾ ਆਪਸ ਦੇ ਵਿੱਚ, ਪਰ ਟਿੱਪਣੀ ਕਿਸੇ ਹੋਰ ਦੇ ਉੱਤੇ ਕਰੇ, ਜਿਵੇਂ ਮਤਲਬ ਕਹਿ ਕਿਸੇ ਹੋਰ ਨੂੰ ਰਿਹਾ, ਸੁਣਾ ਕਿਸੇ ਹੋਰ ਨੂੰ ਰਿਹਾ। ਇੱਕ ਜਿਹੜੀ ਆਮ ਤੌਰ ਦੇ ਉੱਤੇ ਗੱਲ ਹੁੰਦੀ ਹੈ ਕਿ ਸਾਡੇ ਸਮਾਜ ਦੇ ਵਿੱਚ ਜਿਸ ਕਿਸਮ ਦਾ ਸਮਾਜਿਕ ਸੋਚ ਹੈ, ਜਿਸ ਕਿਸਮ ਦੀਆਂ ਕੁੜੀਆਂ ਤੋਂ ਤਵੱਕੋਂ ਕੀਤੀ ਜਾਂਦੀ ਹੈ ਕਿ ਉਹ ਕਿਸ ਕਿਸਮ ਦਾ ਵਿਵਹਾਰ ਕਰਨ, ਜਦੋਂ ਤੁਸੀਂ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਸਰਗਰਮੀ ਕਰਦੇ ਹੋ ਤੇ ਤੁਹਾਨੂੰ ਕਿਸ ਕਿਸਮ ਦੀਆਂ ਮੁਸ਼ਕਲਾਂ ਆਉਂਦੀਆਂ ਨੇ, ਖਾਸ ਤੌਰ ਦੇ ਉੱਤੇ ਟਿੱਕਾ ਟਿੱਪਣੀ ਦੇ ਤੌਰ ਦੇ ਉੱਤੇ ਕਿ ਇਹ ਕੀ ਕਰ ਰਹੀਆਂ ਨੇ?
ਦੋ ਤਰ੍ਹਾਂ ਦੀਆਂ ਆਉਂਦੀਆਂ ਹੈ ਪ੍ਰੋਬਲਮਸ। ਜਿਵੇਂ ਮੰਨ ਲਓ ਕਿ ਜਿੱਥੇ ਅਸੀਂ ਰਹਿੰਦੇ ਆ, ਮੇਰੇ ਪਰਿਵਾਰ ਵੱਲ ਜਾਂ ਪਿੰਡਾਂ ਵੱਲ, ਤਾਂ ਜਦੋਂ ਅਸੀਂ ਦੇਖੋ ਦੂਜੇ ਲੋਕਾਂ ਨੂੰ ਲੱਗਦਾ ਕਿ ਬਹੁਤ ਵਧੀਆ ਕਰ ਰਹੇ ਆ, ਜਦੋਂ ਸਾਨੂੰ ਕੋਈ ਬਾਹਰੋਂ ਫੋਨ ਆਉਂਦੇ ਆ ਹੈ ਨਾ, ਤਾਂ ਚੰਗਾ ਲੱਗਦਾ। ਪਰ ਜਿੱਥੇ ਅਸੀਂ ਕਰ ਰਹੇ ਹਾਂ, ਮੰਨ ਲਓ ਮੈਂ ਆਪਣੇ ਇਲਾਕੇ 'ਚ ਕਰ ਰਹੀ ਹਾਂ, ਉੱਥੋਂ ਦੇ ਇਲਾਕੇ ਦੇ ਲੋਕ ਜਾਣਦੇ ਆ, ਉੱਥੇ ਮੇਰੀ ਪਛਾਣ ਇਸਤਰੀ ਜਾਗਰਤੀ ਮੰਚ ਨਹੀਂ ਹੈਗੀ, ਉੱਥੇ ਮੇਰੀ ਪਛਾਣ ਆ ਵੀ ਇਹ ਫਲਾਣੇ ਦੀ ਕੁੜੀ ਆ, ਇਹ ਕੀ ਕਰਦੀ ਪਈ ਆ। ਮਤਲਬ ਇਸ ਤਰ੍ਹਾਂ ਦੇ ਫਿਰ ਘਰ ਫੋਨ ਜਾਂਦੇ ਆ ਵੀ ਭਾਈ ਤੁਹਾਡੀ ਕੁੜੀ ਆਹ ਕੁਛ ਕਰਦੀ ਪਈ ਆ, ਵੀ ਇਹ ਚੰਗਾ ਲੱਗਦਾ ਕੋਈ ਧਰਨੇ ਮੁਜ਼ਾਹਰੇ ਕਰਨਾ, ਜਾਂ ਵੀ ਇੱਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ। ਪਰ ਇਹਦੇ ਨਾਲ ਨਾਲ ਸਾਨੂੰ ਮਤਲਬ ਬਹੁਤ ਜ਼ਿਆਦਾ ਰਿਸਪੌਂਸ ਵੀ ਮਿਲਦਾ ਆ ਵੀ ਬਹੁਤ ਵਧੀਆ ਗੱਲ ਆ, ਤੁਹਾਨੂੰ ਕਰਨਾ ਚਾਹੀਦਾ ਹੈਗਾ ਆ, ਤੇ ਇਹਦੀ ਲੋੜ ਵੀ ਆ। ਅਮਨ, ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਨੇ, ਉਹਨਾਂ ਤੋਂ ਪੁੱਛਦੇ ਆ ਕੀ ਕਹਿਣਾ ਚਾਹੁੰਦੇ ਹੋ। ਹਾਂਜੀ, ਤੁਸੀਂ ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਵੀਰਿੰਦਰ ਬੋਲ ਰਿਹਾ ਬਰਨਾਲੇ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਜਾਣਨਾ ਚਾਹੁੰਦਾ ਕਿ ਕਿਵੇਂ ਹਿੰਦੀ ਫਿਲਮਾਂ ਹੁੰਦੀਆਂ ਨੇ, ਉਹਦੇ ਵਿੱਚ ਸੈਂਸਰ ਬੋਰਡ ਹੁੰਦਾ ਹੈ ਤੇ ਉਹ ਅਪਰੂਵ ਕਰਦੇ ਆ ਤੇ ਫਿਰ ਉਹ ਆਨਰ ਜਾਂਦਾ ਹੈ ਜੀ, ਤੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਪੰਜਾਬੀ ਗਾਣੇ ਨੇ ਜਾਂ ਪੰਜਾਬੀ 'ਚ ਵੀ ਜੋ ਵੀ ਆਉਂਦਾ, ਇਹਨਾਂ ਨੂੰ ਵੀ ਪਹਿਲਾਂ ਐਵੇਂ ਹੀ ਕਰਕੇ ਜਿਹੜਾ ਉਹ ਆਨਰ ਜਿਹੜਾ ਜਾਣਾ ਚਾਹੀਦਾ ਹੈ? ਜੀ ਹਾਂਜੀ ਅਮਨ, ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿੱਥੋਂ ਤੱਕ ਸੈਂਸਰ ਬੋਰਡ ਪ੍ਰਤੀ ਸਾਡੀ ਸਮਝ ਹੈਗੀ ਆ, ਕਿਉਂਕਿ ਹਿੰਦੀ ਫਿਲਮਾਂ ਦੇ ਚਾਹੇ ਸੈਂਸਰ ਬੋਰਡ ਹੈਗਾ, ਪਰ ਬਹੁਤ ਸਾਰੀਆਂ ਫਿਲਮਾਂ ਉੱਦਾਂ ਦੀਆਂ ਆ ਜਾਂਦੀਆਂ ਉਹ ਥੱਲੇ ਪਾਸ ਹੋ ਕੇ, ਜਿਨ੍ਹਾਂ 'ਚ ਮਤਲਬ ਇੰਨਾ ਵਲਗੈਰਿਟੀ ਹੁੰਦੀ ਹੈ ਕਿ ਅਸੀਂ ਸੋਚ ਹੀ ਨਹੀਂ ਸਕਦੇ। ਸੈਂਸਰ ਬੋਰਡ ਬਾਰੇ ਮੈਂ ਇੱਕ ਛੋਟੀ ਜਿਹੀ ਗੱਲ ਦੱਸ ਦਿਆਂ ਕਿ ਸੈਂਸਰ ਬੋਰਡ 3 ਕਿਸਮ ਦੇ ਸਰਟੀਫਿਕੇਟ ਜਾਰੀ ਕਰਦਾ ਫਿਲਮਾਂ ਨੂੰ। ਇੱਕ ਤਾਂ ਹੈਗਾ ਯੂ ਸਰਟੀਫਿਕੇਟ, ਜਿਹਨੂੰ ਆਪਾਂ ਕਹਿੰਦੇ ਜਿਹੜਾ ਯੂਨੀਵਰਸਲ, ਜਿਹਨੂੰ ਕੋਈ ਵੀ ਦੇਖ ਸਕਦਾ ਹੈ ਜਾ ਕੇ। ਇੱਕ ਹੈਗਾ ਏ, ਜਿਹਦੇ ਵਿੱਚ ਤੁਸੀਂ 18 ਸਾਲ ਦੀ ਉਮਰ ਤੋਂ ਉੱਪਰ ਜਾ ਕੇ ਤੁਸੀਂ ਦੇਖ ਸਕਦੇ ਹੋ। ਇਹ ਤੀਜੀ ਕਿਸਮ ਦਾ ਜਿਹੜਾ ਸਰਟੀਫਿਕੇਟ ਹੈਗਾ ਉਹ ਹੁੰਦਾ UA, ਯੂਨੀਵਰਸਲ ਐਂਡ ਅਡਲਟ, ਜਿਹਦੇ ਵਿੱਚ 18 ਸਾਲ ਤੋਂ ਹੇਠਾਂ ਦਾ ਉਮਰ ਦੇ ਮੁੰਡੇ ਕੁੜੀਆਂ ਜੇ ਜਾ ਕੇ ਦੇਖਣਾ ਚਾਹਣ ਤੇ ਉਹਨਾਂ ਨੂੰ ਮਾਪਿਆਂ ਨਾਲ ਜਾ ਕੇ ਦੇਖਣੀ ਪਏਗੀ। ਤੇ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ A ਕੈਟਾਗਰੀ 'ਚ ਪਾਸ ਹੋ ਜਾਂਦੀਆਂ ਨੇ, ਉਹਦੇ ਬਾਅਦ 'ਚ ਸਿਨੇਮੇ ਵਾਲੇ ਤਾਂ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਕਿ ਤੁਸੀਂ 18 ਸਾਲ ਤੋਂ ਉੱਪਰ ਹੋ ਜਾਂ ਹੇਠਾਂ ਨੇ। ਇਹ ਸਿਨੇਮੇ ਵਾਲੀ ਗੱਲ ਆ, ਤੁਸੀਂ ਆਪਣੀ। ਹਾਂਜੀ ਬਿਲਕੁਲ, ਵੀ ਉਹੀ ਗੱਲ ਆ ਕਿ ਸੈਂਸਰ ਬੋਰਡ ਸਾਰਾ ਕੁਝ ਦਾ ਹੱਲ ਸੈਂਸਰ ਬੋਰਡ ਨਹੀਂ ਹੈਗਾ, ਪਰ ਗੀਤ ਤੇ ਟੈਲੀਵਿਜ਼ਨ ਜਿਹੜਾ ਹੈਗਾ ਉਹ ਸੈਂਸਰ ਬੋਰਡ ਦੇ ਘੇਰੇ ਤੋਂ ਬਾਹਰ ਹੈ। ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਹੋਏ ਨੇ। ਹਾਂਜੀ, ਤੁਸੀਂ ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ सर, मैं हरियाणा से बोल रहा हूँ, डिस्ट्रिक्ट कैथल अनिल जी। तो सर जो ये अमन कौर है जो मतलब गलबात करती है भाई फिल्मां बारे गाने बारे, तो अजकल पता की माहौल बहुत ज्यादा गलत हो चुका है गाणियां दा जी। वो कहंदे असी बीएड कीती सी, बीएड ते ਇਹ ਗੱਲ ਦੱਸੀ ਸੀ ਕਿ ਬੱਚਿਆਂ ਦੇ ਸੁਣਨ ਤੋਂ ਵੱਧ ਦੇਖਣੇ ਦਾ ਫਰਕ ਪੈਂਦਾ ਜੀ। तो बच्चे जिवें मतलब सवेरे सवेरे उठते हैं, भावें छुट्टी होवे जी, नाटक देखते, नाटकां ਜਿਹੜੀ ਆ ਗਈ ਹੋ, तो बच्चे ਕੀ ਕਹਿਣਗੇ ਜੀ? ਸਾਨੂੰ ਸ਼ਰਮ ਆਉਂਦੀ ਹੈ। ਤੁਹਾਡੀ ਗੱਲ ਜਿਹੜੀ ਹੈਗੀ ਉਹ ਮੈਨੂੰ ਪੂਰੀ ਤਰੀਕੇ ਨਾਲ ਸਮਝ ਨਹੀਂ ਆਈ, ਸ਼ਾਇਦ ਫੋਨ ਲਾਈਨ ਦੇ ਵਿੱਚ ਕੋਈ ਗੜਬੜ ਹੈ। ਅਮਨ, ਤੁਹਾਨੂੰ ਸਮਝ ਆਈ ਗੱਲ? ਨਹੀਂ ਜੀ। ਹਾਂਜੀ, ਚਲੋ ਆਪਾਂ ਅਗਲੀ ਗੱਲ ਕਰਦੇ ਹਾਂ। ਜੇ ਉਹ ਦੁਬਾਰਾ ਫੋਨ ਕਰਨਗੇ ਤੇ ਆਪਾਂ ਉਹਨਾਂ ਦੀ ਗੱਲ ਸੁਣਾਂਗੇ। ਇੱਕ ਜਿਹੜੀ ਗੱਲ ਤੁਸੀਂ ਦੱਸੀ ਸੀਗੀ ਕਿ ਕਈ ਕਿਸਮ ਦੀਆਂ ਮੁਸ਼ਕਲਾਂ ਸਾਹਮਣੇ ਆਉਂਦੀਆਂ ਨੇ ਜਦੋਂ ਤੁਸੀਂ ਇਸ ਕਿਸਮ ਦੀ ਸਰਗਰਮੀ ਕਰਦੇ ਹੋ। ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਇਸ ਕਿਸਮ ਦੀ ਸਰਗਰਮੀ 'ਚ ਸ਼ਾਮਿਲ ਹੋਣਾ ਚਾਹੁੰਦੀਆਂ ਨੇ, ਪਰ ਇਹੀ ਮਸਲੇ ਨੇ ਜਿਹੜੇ ਉਹਨਾਂ ਨੂੰ ਰੋਕਦੇ ਨੇ। ਕਿਉਂਕਿ ਤੁਹਾਡਾ ਲੰਬਾ ਤਜਰਬਾ ਹੈ, ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹਨਾਂ ਮੁਸ਼ਕਲਾਂ ਨੂੰ ਤੁਸੀਂ ਆਪਣੇ ਪੱਧਰ ਦੇ ਉੱਤੇ, ਆਪਣੇ ਪਰਿਵਾਰ ਦੇ ਪੱਧਰ ਦੇ ਉੱਤੇ ਜਾਂ ਇੱਕ ਸਮਾਜਿਕ ਘੇਰੇ ਦੇ ਪੱਧਰ ਦੇ ਉੱਤੇ ਕਿਸ ਤਰੀਕੇ ਨਾਲ ਨਜਿੱਠਿਆ? ਹਰ ਕਿਸੇ ਨੂੰ ਪ੍ਰੋਬਲਮ ਆਉਂਦੀਆਂ, ਕੁੜੀ ਹੋਣ ਦੇ ਨਾਤੇ ਜਿਹੜੀਆਂ ਆ ਵੱਧ ਪ੍ਰੋਬਲਮ ਆਉਂਦੀਆਂ ਜੀ। ਜਦੋਂ ਮੈਂ ਪੜ੍ਹਦੀ ਸੀਗੀ ਤਾਂ ਇੱਕ ਵਾਰ ਇਹ ਵੀ ਸੀਗਾ ਕਿ ਅਸੀਂ ਨਹੀਂ ਪੜ੍ਹਾਉਣਾ ਹੁਣ ਤੈਨੂੰ, ਤਾਂ ਮੈਂ ਪੜ੍ਹਨੋਂ ਵੀ ਹਟ ਗਈ ਸੀ। ਪਰ ਜਦੋਂ ਤੋਂ ਮੈਂ ਇੱਧਰ ਜੁੜੀ ਹਾਂ, ਸ਼ੁਰੂ 'ਚ ਪ੍ਰੋਬਲਮ ਆਈਆਂ ਘਰ ਦੇ ਵਿੱਚ, ਰੋਕਦੇ ਸੀ ਵੀ ਇਹ ਕੀ ਕੰਮ ਫੜਿਆ ਤੁਸੀਂ, ਚੰਗਾ ਨਹੀਂ ਹੈਗਾ, ਕੋਈ ਚੰਗਾ ਲੱਗਦਾ ਆ। ਹੌਲੀ ਹੌਲੀ ਵੀ ਬੈਲੈਂਸ ਜਿਹਾ ਬਣਾ ਕੇ ਵੀ ਚਲੋ ਕੋਈ ਗੱਲ ਨਹੀਂ, ਵੀ ਪ੍ਰੋਬਲਮ ਆਉਣੀ ਹੈ ਕਿਉਂਕਿ ਉਹ ਵੀ ਉਸੇ ਸਮਾਜ 'ਚ ਰਹਿੰਦੇ ਆ, ਮੇਰੇ ਮਾਪੇ ਵੀ ਉਸ ਸਮਾਜ ਦਾ ਹਿੱਸਾ, ਉਹਨਾਂ ਨੇ ਵੀ ਉਵੇਂ ਕਰਨਾ ਆ। ਤੇ ਇਸ ਤਰੀਕੇ ਦੇ ਨਾਲ ਜਦੋਂ ਕਰਿਆ ਤਾਂ ਹੌਲੀ ਹੌਲੀ ਜਿਹੜੀਆਂ ਆ ਉਹਨਾਂ ਨੂੰ ਲੱਗਣ ਲੱਗ ਗਿਆ, ਕਿਉਂਕਿ ਇੱਕ ਜਦੋਂ ਸਤਿਕਾਰ ਵੀ ਹੁੰਦਾ ਆ ਤਾਂ ਉਹਦੇ ਨਾਲ ਪੇਰੈਂਟਸ ਨੂੰ ਵੀ ਲੱਗਿਆ ਕਿ ਨਹੀਂ ਠੀਕ ਕੰਮ ਆ। ਦੂਜਾ ਇਹ ਵੀ ਚੱਲ ਪੜ੍ਹਦੀ ਆ ਕੁੜੀ, ਕੋਈ ਗੱਲ ਨਹੀਂ ਪੜ੍ਹ ਲੈਣ ਦਿਓ। ਜਾਂ ਹੌਲੀ ਹੌਲੀ ਮਤਲਬ ਉਹ ਚੀਜ਼ਾਂ ਘੱਟ ਹੁੰਦੀਆਂ ਗਈਆਂ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਪ੍ਰੋਬਲਮ ਹੱਲ ਹੋ ਗਈ ਆ ਪੂਰੀ ਤਰ੍ਹਾਂ, ਉਹ ਅਜੇ ਵੀ ਬਣੀ ਹੋਈ ਆ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਪੜ੍ਹਦੀ ਆ, ਚੱਲ ਕੋਈ ਗੱਲ ਨਹੀਂ ਪੜ੍ਹ ਲੈਣ ਦਿਓ ਤੇ ਹੌਲੀ ਹੌਲੀ ਹਟ ਜੂਗੀ। ਅਮਨ, ਇੱਕ ਸਵਾਲ ਜਿਹੜਾ ਮੇਰਾ ਬਾਰ-ਬਾਰ ਪੁੱਛਣ ਨੂੰ ਚਿੱਤ ਕਰਦਾ ਉਹ ਇਹ ਹੈ ਕਿ ਤੁਸੀਂ ਇਸਤਰੀ ਜਾਗਰਤੀ ਮੰਚ ਦੇ ਵਿੱਚ ਇਸ ਕਰਕੇ ਗਏ ਕਿ ਤੁਹਾਨੂੰ ਲੱਗਿਆ ਕਿ ਇੱਥੇ ਜਿਹੜਾ ਕੁੜੀਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਇਸ ਖੇਤਰ 'ਚ, ਇਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ। ਤੇ ਸਾਰੇ ਸਮਾਜਿਕ ਮੁੱਦੇ ਨੇ, ਇਹਨਾਂ ਸਮਾਜਿਕ ਮੁੱਦਿਆਂ ਨੂੰ ਭਾਵੇਂ ਅਸੀਂ ਔਰਤ ਨਾਲ ਜੋੜ ਕੇ ਦੇਖੀਏ, ਪਰ ਇਹਨਾਂ ਨੂੰ ਸੁਲਝਾਉਣ ਦੇ ਵਿੱਚ, ਇਹਨਾਂ ਨੂੰ ਹੱਲ ਕਰਨ ਦੇ ਵਿੱਚ ਮਰਦਾਂ ਦੀ ਕਿਸ ਕਿਸਮ ਦੀ ਭੂਮਿਕਾ ਤੁਸੀਂ ਦੇਖਦੇ ਹੋ?
ਨਹੀਂ ਜੀ, ਮਰਦਾਂ ਦੀ ਭੂਮਿਕਾ ਬਿਲਕੁਲ ਸਾਡੇ ਨਾਲ ਹੈਗੀ ਆ ਕਿ ਅਸੀਂ ਇਦਾਂ ਤੋੜ ਕੇ ਨਹੀਂ ਦੇਖਦੇ ਹੈਗੇ ਵੀ ਕੁੜੀਆਂ ਦੀ ਇਹ ਹਾਲਤ ਆ ਤੇ ਉਹਦੇ ਲਈ ਸਾਡੇ ਬੰਦੇ ਜ਼ਿੰਮੇਵਾਰ ਆ, ਕਿਉਂਕਿ ਸਾਡੇ ਭਰਾ ਜਿਹੜੇ ਆ ਉਹ ਵੀ ਉਸੇ ਸਮਾਜ 'ਚ ਪੈਦਾ ਹੋਏ ਆ, ਉਹਨਾਂ ਨੂੰ ਵੀ ਉਸ ਤਰ੍ਹਾਂ ਦਾ ਮਾਹੌਲ ਮਿਲਦਾ ਜਿਸ ਤਰ੍ਹਾਂ ਦੇ ਉਹ ਬਣਦੇ ਆ, ਸਾਡੀਆਂ ਕੁੜੀਆਂ ਨੂੰ ਉਸ ਤਰ੍ਹਾਂ ਦਾ ਮਾਹੌਲ ਮਿਲਦਾ ਜਿਹੋ ਜਿਹੀਆਂ ਉਹ ਬਣੀਆਂ ਹੈਗੀਆਂ। ਤਾਂ ਇਸ ਕਰਕੇ ਅਸੀਂ ਇਹ ਸੋਚਦੇ ਹਾਂ ਕਿ ਸਮਾਜ ਦੇ ਵਿੱਚ ਜਿਹੜੀ ਸਮੱਸਿਆ ਆ ਜਾਂ ਜਿਹੜਾ ਸਮਾਜ ਦਾ ਸੈਟਅਪ ਆ ਉਹ ਕੱਲੀਆਂ ਕੁੜੀਆਂ ਨੇ ਨਹੀਂ ਬਦਲਣਾ, ਉਹ ਬਦਲਣ ਵਾਸਤੇ ਸਾਨੂੰ ਸਾਡੇ ਜਿਹੜੇ ਨਾਲ ਸਾਡੇ ਲੜਕੇ ਆ, ਸਾਡੇ ਮੇਲ ਮੈਂਬਰਸ ਨੇ, ਚਾਹੇ ਉਹ ਹਰ ਤਰ੍ਹਾਂ ਦਾ ਕਿਹੜਾ ਵੀ ਰਿਲੇਸ਼ਨ ਆ, ਉਹਨਾਂ ਦੀ ਲੋੜ ਹੈਗੀ ਆ ਤੇ ਸਾਨੂੰ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੀ ਲੋੜ ਆ, ਨਾ ਕਿ ਅਸੀਂ ਇਸ ਚੀਜ਼ ਨੂੰ ਤੋੜ ਕੇ ਦੇਖਦੇ ਹਾਂ। ਜਿਵੇਂ ਇੱਕ ਖਾਸ ਤੌਰ ਦੇ ਉੱਤੇ ਜਦੋਂ ਆਪਾਂ ਇਹਨੂੰ ਥਿਊਰੀ ਦੇ ਵਿੱਚ ਪੜ੍ਹਦੇ ਹਾਂ ਤੇ ਇਹ ਕਿਹਾ ਜਾਂਦਾ ਕਿ ਜਿਹੜਾ ਸਾਡਾ ਸਮਾਜ ਹੈ ਉਹਨੂੰ ਇੱਕ ਵਾਰ ਔਰਤ ਦੇ ਨਜ਼ਰੀਏ ਤੋਂ ਦੇਖਣਾ ਚਾਹੀਦਾ, ਤਾਂ ਤੁਹਾਨੂੰ ਸਮਝ ਆਏਗਾ ਕਿ ਔਰਤ ਦਾ ਜਿਹੜਾ ਸਮਾਜਿਕ ਰੁਤਬਾ ਇਸ ਕਿਸਮ ਦਾ ਹੈ ਜਾਂ ਜਿਹੜਾ ਮਰਦਾਵਾਂ ਜਿਹੜਾ ਗਲਵਾ ਹੈਗਾ ਔਰਤਾਂ ਦੇ ਉੱਤੇ ਉਹ ਕਿਹਨਾਂ ਕਾਰਨਾਂ ਕਰਕੇ ਜਾਰੀ ਰੱਖਦਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੁਬਾਰਾ ਰਿਪੀਟ ਕਰੋ। ਮੈਂ ਕਹਿਣਾ ਚਾਹੁੰਦਾ ਕਿ ਜਦੋਂ ਇੱਕ ਜਿਹੜੀ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਇੱਕ ਵਾਰ ਜਿਹੜਾ ਸਮਾਜ ਹੈ ਉਹਨੂੰ ਔਰਤ ਦੇ ਨਜ਼ਰੀਏ ਤੋਂ ਵੀ ਸਮਝਣਾ ਚਾਹੀਦਾ। ਜਿਹੜਾ ਇਸਤਰੀ ਜਾਗਰਤੀ ਮੰਚ ਜਦੋਂ ਸਾਰੇ ਮੁੱਦੇ ਹੈ ਤਾਂ ਕੀ ਇਹਨੂੰ ਮੰਨਿਆ ਜਾਵੇ ਕਿ ਇਹ ਉਸੇ ਮੁਹਿੰਮ ਦਾ ਹਿੱਸਾ ਹੈ ਕਿ ਇੱਕ ਵਾਰ ਸਾਰੇ ਸਮਾਜ ਨੂੰ ਔਰਤ ਦੇ ਨਜ਼ਰੀਏ ਤੋਂ ਵੀ ਦੇਖ ਕੇ ਸਮਝਿਆ ਜਾਵੇ? ਬਿਲਕੁਲ ਜੀ, ਔਰਤ ਦੇ ਨਜ਼ਰੀਏ ਤੋਂ ਦੇਖਣਾ ਚਾਹੀਦਾ, ਕਿਉਂਕਿ ਅਸਲ 'ਚ ਪ੍ਰੋਬਲਮ ਤਾਂ ਹੀ ਸਮਝ ਆਊਗੀ ਕਿ ਹੈ ਕੀ ਆ। ਜਿਵੇਂ ਘਰ ਦੇ ਵਿੱਚ ਕੁੜੀਆਂ ਸਾਰਾ ਦਿਨ ਕੰਮ ਕਰਦੀਆਂ, ਮੇਰੀ ਮਾਂ ਨੂੰ ਜੇ ਮੈਂ ਦੇਖਣਾ ਹੋਵੇ ਤਾਂ ਸਵੇਰੇ ਜਲਦੀ ਉੱਠ ਜਾਣਾ ਤੇ ਰਾਤ ਨੂੰ ਸਭ ਤੋਂ ਆਖਰ 'ਚ ਸੌਣਾ ਆ, ਪਰ ਫਿਰ ਵੀ ਬੰਦੇ ਨੂੰ ਐਂ ਲੱਗਦਾ ਵੀ ਇਹ ਤਾਂ ਕੰਮ ਹੀ ਨਹੀਂ ਕਰਦੀਆਂ। ਤਾਂ ਜਦ ਅਸੀਂ ਇਹ ਨਹੀਂ ਕਹਿੰਦੇ ਕਿ ਬੰਦੇ ਕੰਮ ਨਹੀਂ ਕਰਦੇ, ਦੇਖੋ ਉਹ ਵੀ ਕੰਮ ਕਰਦੇ ਆ, ਪਰ ਘੱਟੋ ਘੱਟ ਤੁਸੀਂ ਦੂਜੇ ਬੰਦੇ ਦੇ ਕੰਮ ਨੂੰ ਇੰਨਾ ਹੇਠਲੇ ਪੱਧਰ 'ਤੇ ਲਿਆ ਕੇ ਤਾਂ ਨਾ ਦੇਖੋ ਨਾ ਕਿ ਤੁਹਾਨੂੰ ਇਹ ਲੱਗੇ ਕਿ ਇਹ ਤਾਂ ਵਿਹਲੇ ਆ, ਜਾਂ ਮਤਲਬ ਹਰ ਪੱਧਰ 'ਤੇ ਤੁਸੀਂ ਕੁੜੀ ਦੀ ਪ੍ਰੋਬਲਮ ਤਾਂ ਉਹਦੇ ਜੰਮਣ ਤੋਂ ਸ਼ੁਰੂ ਹੋ ਜਾਂਦੀ ਆ। ਤੁਸੀਂ ਮਤਲਬ ਬਾਹਰ ਨਿਕਲਣਾ, ਹੱਸਣਾ ਨਹੀਂ, ਰੋਣਾ ਨਹੀਂ, ਐਵੇਂ ਨਹੀਂ ਕਰਨਾ, ਐਵੇਂ ਨਹੀਂ ਤੁਰਨਾ, ਆਹ ਨਹੀਂ ਕਰਨਾ, ਇੰਨੀਆਂ ਬੰਦਿਸ਼ਾਂ ਦੇ ਵਿੱਚ ਤੁਸੀਂ ਮਤਲਬ ਕਿੱਦਾਂ ਇੱਕ ਮਤਲਬ ਵਧੀਆ ਬੰਦਾ ਬਣ ਸਕਦੇ ਹੋ? ਮਤਲਬ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਵੀ ਜਦੋਂ ਤੁਸੀਂ ਉਹਨੂੰ ਮਨੁੱਖ ਦੇ ਤੌਰ ਦੇ ਉੱਤੇ ਪ੍ਰਵਾਨ ਨਹੀਂ ਕਰਦੇ, ਉਹਦੇ ਕੰਮ ਨੂੰ ਕੰਮ ਦੇ ਤੌਰ ਦੇ ਉੱਤੇ ਪ੍ਰਵਾਨ ਨਹੀਂ ਕਰਦੇ ਤੇ ਉਹਦੇ ਬਿਹਤਰ ਮਨੁੱਖ ਹੋਣ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਘਟ ਜਾਂਦੀਆਂ ਨੇ। ਇੱਕ ਜਿਹੜਾ ਸਵਾਲ ਇਹ ਹੈ ਕਿ ਤੁਸੀਂ ਆਪ ਹੀ ਕਿਹਾ ਕਿ ਵੀ ਬਹੁਤ ਸਾਰੀਆਂ ਪਾਬੰਦੀਆਂ ਨੇ ਤੇ ਇਹ ਦੱਸਿਆ ਜਾਂਦਾ ਕਿ ਕਿਸ ਵੇਲੇ ਹੱਸਣਾ, ਕਿੱਥੇ ਖੜ ਕੇ ਹੱਸਣਾ, ਕਿੱਦਾਂ ਦੇ ਕੱਪੜੇ ਪਾਉਣੇ ਨੇ। ਇੱਕ ਦਲੀਲ ਜਿਹੜੀ ਬਾਰ-ਬਾਰ ਸਾਹਮਣੇ ਆਉਂਦੀ ਹੈ ਕਿ ਔਰਤਾਂ ਦੇ ਖਿਲਾਫ ਜਿਹੜੀ ਹਿੰਸਾ ਹੈ ਉਹਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਉਹ ਔਰਤਾਂ ਦਾ ਹੈ ਕਿ ਉਹ ਕਿਸ ਕਿਸਮ ਦੇ ਕੱਪੜੇ ਪਾਉਂਦੀਆਂ ਨੇ ਜਾਂ ਕਿਸ ਕਿਸਮ ਦਾ ਉਹ ਕਿਵੇਂ ਕਿਹਨੂੰ ਦੇਖਦੀਆਂ ਨੇ, ਕਿਹਦੇ ਵੱਲ ਦੇਖ ਕੇ ਹੱਸਦੀਆਂ, ਕਿਹਦੇ ਵੱਲ ਨਹੀਂ ਦੇਖਦੀਆਂ। ਇੱਕ ਤਰੀਕੇ ਨਾਲ ਜਿਵੇਂ ਉਹਨਾਂ ਦਾ ਹੱਸਣਾ, ਬੋਲਣਾ, ਕੱਪੜੇ ਪਾਉਣਾ ਕਿਸੇ ਸਾਹਮਣੇ ਵਾਲੇ ਬੰਦੇ ਨੂੰ ਉਕਸਾਉਂਦਾ ਹੋਵੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਦੇਖੋ ਬਿਲਕੁਲ ਮਤਲਬ ਰੱਦ ਕਰਨ ਵਾਲੀ ਗੱਲ ਹੈਗੀ ਆ ਕਿ ਕੱਪੜੇ ਕੁੜੀਆਂ ਦੇ ਜਿਹੜੇ ਆ ਵੀ ਮਤਲਬ ਇੱਦਾਂ ਹੁੰਦੇ ਤਾਂ ਐਵੇਂ ਹੁੰਦਾ ਆ। ਦੇਖੋ ਸਭ ਤੋਂ ਪਹਿਲੀ ਗੱਲ ਆ ਕਿ ਸਾਡੇ ਸਮਾਜ ਦੀ ਜਿਹੜੀ ਔਰਤ ਨੂੰ ਵੇਖਣੀ ਆ ਨਾ, ਉਹ ਔਰਤ ਨੂੰ ਕਦੇ ਵੀ ਬਰਾਬਰ ਨਹੀਂ ਦੇਖਿਆ ਜਾਂਦਾ, ਉਹਨੂੰ ਸੈਕੰਡ ਮਨੁੱਖ ਦੇ ਤੌਰ 'ਤੇ ਵੇਖਿਆ ਜਾਂਦਾ, ਜਿਹਦੇ ਨਾਲ ਕੀ ਹੈਗਾ ਕਿ ਜਿੰਨੀਆਂ ਮਰਜ਼ੀ ਸਮੱਸਿਆਵਾਂ ਵਾਪਰ ਜਾਣ, ਜਿੰਨੀਆਂ ਮਰਜ਼ੀ ਕੁੜੀ ਦੇ ਨਾਲ ਧੱਕੇ ਹੋ ਜਾਣ, ਉਹਦੇ 'ਚ ਜ਼ਿੰਮੇਵਾਰ ਕੁੜੀ ਨੂੰ ਹੀ ਸਮਝਿਆ ਜਾਂਦਾ ਆ ਵੀ ਇਹ ਨਹੀਂ ਐਵੇਂ ਕੀਤਾ ਹੋਣਾ ਆ। ਜੇ ਕੱਪੜਿਆਂ ਵਾਲੀ ਗੱਲ ਆਉਂਦੀ ਆ ਤਾਂ ਜਿੱਥੇ ਅਫਗਾਨਿਸਤਾਨ ਪਹਿਲੇ ਨੰਬਰ 'ਤੇ ਆ, ਜਿੱਥੇ ਸਭ ਤੋਂ ਵੱਧ ਜਿਹੜੇ ਆ ਕੁੜੀਆਂ ਦੇ ਨਾਲ ਜਿਹੜੇ ਆ ਜ਼ੁਲਮ ਹੁੰਦੇ ਆ, ਔਰਤ ਨਾਲ ਸਭ ਤੋਂ ਵੱਧ ਅਸੁਰੱਖਿਅਤ ਆ, ਉੱਥੇ ਕੁੜੀਆਂ ਪੂਰਾ ਢੱਕ ਕੇ ਰੱਖਦੀਆਂ ਆਪਣੇ ਆਪ ਨੂੰ। ਜੇ ਦੂਜੇ ਪਾਸੇ ਜੇ ਇਹੀ ਗੱਲ ਦਲੀਲ ਰੱਖਣੀ ਆ, ਦੂਜੇ ਪਾਸੇ ਜਿਹੜੀਆਂ ਛੋਟੀਆਂ ਬੱਚੀਆਂ ਆ ਜਿਨ੍ਹਾਂ ਨਾਲ ਬਲਾਤਕਾਰ ਹੁੰਦੇ ਆ ਤਾਂ ਉਹ ਕੀ ਕੱਪੜੇ ਪਾਉਂਦੀਆਂ ਉੱਦਾਂ ਦੇ? ਇਹ ਦੇਖੋ ਇਹ ਬਹੁਤ ਰੱਦ ਕਰਨ ਵਾਲੀ ਦਲੀਲ ਆ ਤੇ ਇਹਨੂੰ ਜਿਹੜਾ ਵੀ ਕੋਈ ਰੱਖਦਾ ਉਹਨਾਂ ਨੂੰ ਇੱਕ ਵਾਰ ਇਸ ਚੀਜ਼ ਤੇ ਰੀਥਿੰਕ ਕਰਨਾ ਚਾਹੀਦਾ। ਜਿਵੇਂ ਮੰਨ ਲਓ ਮੈਂ ਯੂਨੀਵਰਸਿਟੀ ਦੀ ਸਟੂਡੈਂਟ ਹੈਗੀ ਆ, ਯੂਨੀਵਰਸਿਟੀ ਆਪਣੇ ਆਪ ਨੂੰ ਬਹੁਤ ਵੱਡਾ ਅਦਾਰਾ ਕਹਿੰਦੀ ਆ ਕਿ ਮਤਲਬ ਅਸੀਂ ਤਾਂ ਵੀ ਸਾਰਿਆਂ ਨੂੰ ਬਰਾਬਰ ਦਾ ਰਾਈਟ ਦਿੰਦੇ ਆ। ਤੁਸੀਂ ਦੇਖੋ ਕਿ ਕੁੜੀਆਂ ਦੇ ਹੋਸਟਲ ਦੇ ਵਿੱਚ ਇੱਕ ਇਲੈਕਟ੍ਰੋਨਿਕ ਮਸ਼ੀਨ ਲਾਉਣ ਦੀ ਪ੍ਰਪੋਜ਼ਲ ਆਈ ਆ ਪੰਜਾਬੀ ਯੂਨੀਵਰਸਿਟੀ 'ਚ ਕਿ ਕੁੜੀਆਂ ਜਿਹੜੀਆਂ ਆ ਉਹਨਾਂ ਦੀ ਅਟੈਂਡੈਂਸ ਜਿਹੜੀ ਆ ਉਹਨਾਂ ਦੇ ਫਿੰਗਰਪ੍ਰਿੰਟਸ ਦੇ ਰਾਹੀਂ ਲੱਗੂਗੀ ਵੀ ਇਹ ਅਸੀਂ ਕੁੜੀਆਂ ਦੀ ਸੁਰੱਖਿਅਤਾ ਵਾਸਤੇ ਆ ਕਿ ਜਿਵੇਂ ਦਾ ਸਮਾਜ ਵਿੱਚ ਮਾਹੌਲ ਆ। ਇਸ 'ਚ ਦਿੱਕਤ ਇਹ ਆ ਕਿ ਕੁੜੀਆਂ ਨੂੰ ਕਿਉਂ ਦੱਬਿਆ ਜਾਂਦਾ ਆ? ਪ੍ਰੋਬਲਮ ਕਿਤੋਂ ਹੋਰ ਆ, ਤੁਸੀਂ ਪ੍ਰੋਬਲਮ ਦਾ ਸੋਲਿਊਸ਼ਨ ਕਿਤੇ ਹੋਰ ਵੇਖਦੇ ਹੋ। ਗੱਲ ਇਹ ਆ ਕਿ ਸਾਡੇ ਸਮਾਜ 'ਚ ਪ੍ਰੋਬਲਮ ਪਈ ਆ, ਰੋਕਦੇ ਕਿਹਨੂੰ? ਕੁੜੀ ਆ। ਜੇ ਕੁੜੀ ਨਾਲ ਬਾਹਰ ਕੋਈ ਛੇੜਛਾੜ ਹੋਈ ਆ, ਮਾਪੇ ਕਹਿਣਗੇ ਤੂੰ ਰਹਿਣ ਦੇ, ਪੜ੍ਹਨਾ, ਤੂੰ ਘਰ ਬਹਿ ਜਾ। ਇਹ ਕਿੱਥੋਂ ਦਾ ਸੋਲਿਊਸ਼ਨ? ਸਾਨੂੰ ਉਹਨਾਂ ਨੂੰ ਉਸ ਚੀਜ਼ ਦੇ ਖਿਲਾਫ ਡੇਅਰ ਕਰਨ ਲਈ, ਉਹਦੇ ਖਿਲਾਫ ਲੜਨ ਲਈ ਜਿਹੜਾ ਆ ਤੋਰਨਾ ਚਾਹੀਦਾ ਵੀ ਜਾਓ ਤੁਸੀਂ ਲੜੋ, ਕੋਈ ਗੱਲ ਨਹੀਂ ਦੇਖਿਆ। ਆਮ ਤੌਰ ਦੇ ਉੱਤੇ
ਇਹ ਹੁੰਦਾ ਕਿ ਜਦੋਂ ਵੀ 4-5 ਜਿਹੜੀਆਂ ਘਟਨਾਵਾਂ ਨੇ ਔਰਤਾਂ ਖਿਲਾਫ ਜੁਰਮ ਦੀਆਂ ਖਬਰਾਂ ਅਖਬਾਰਾਂ ਦੇ ਵਿੱਚ ਆਉਂਦੀਆਂ ਨੇ, ਟੈਲੀਵਿਜ਼ਨ ਤੇ ਆਉਂਦੀਆਂ ਨੇ, ਤੇ ਇਹ ਕਿਹਾ ਜਾਂਦਾ ਕਿ ਕੁੜੀਆਂ ਦੇ ਸਕੂਲ ਦੇ ਵਿੱਚ ਜਾ ਕੇ ਸਿੱਖਿਆ ਦਿੱਤੀ ਜਾਵੇ ਕਿ ਕਿਵੇਂ ਕਰਨਾ, ਜਦੋਂ ਕਿ ਹੁਣ ਇਹ ਚਾਹੀਦਾ ਕਿ ਮੁੰਡਿਆਂ ਨੂੰ ਸਿਖਾਇਆ ਜਾਵੇ ਕਿ ਤੁਸੀਂ ਕਿਸ ਕਿਸਮ ਨਾਲ ਵਿਵਹਾਰ ਕਰਨਾ। ਦੋਵਾਂ ਨੂੰ ਹੀ ਸਿਖਾਉਣਾ ਚਾਹੀਦਾ ਹੈ। ਜਦੋਂ ਅਸੀਂ ਸ਼ਰੂਤੀ ਕਾਂਡ ਵੇਲੇ ਫਰੀਦਕੋਟ ਦੇ ਵਿੱਚ ਐਜੀਟੇਸ਼ਨ ਕੀਤੀ, ਲੜਕੀ ਨੂੰ ਅਗਵਾ ਕਰ ਲਿਆ ਸ਼ਰੇਆਮ, ਤਾਂ ਅਸੀਂ ਇੱਕ ਕਾਲਜ ਦੇ ਵਿੱਚ ਕੁੜੀਆਂ ਨਾਲ ਗੱਲਬਾਤ ਕਰਨ ਗਏ, ਬੀਐਡ ਕਾਲਜ ਸੀ। ਉਹ ਕੁੜੀਆਂ ਕਹਿੰਦੀਆਂ ਕਿ ਦੀਦੀ ਜਿੱਦਣ ਦੀ ਉਹ ਲੜਕੀ ਅਗਵਾ ਹੋਈ ਹੈ 7 ਦਿਨ ਹੋ ਗਏ ਆ, ਸਾਨੂੰ ਕਾਲਜ ਤੋਂ ਆਊਟਿੰਗ ਵੀ ਨਹੀਂ ਮਤਲਬ ਦਿੰਦੇ ਹੈਗੇ ਵੀ ਕਿਤੇ ਕੱਲ ਨੂੰ ਤੁਹਾਡੇ ਨਾਲ ਨਾ ਕੁਛ ਹੋ ਜੇ। ਇਹ ਕਿੱਥੋਂ ਦਾ ਮਤਲਬ ਇੱਕ ਮਤਲਬ ਜੇ ਕਹਿਣਾ ਹੋਵੇ ਕਿ ਕਾਨੂੰਨ ਦੀ ਗੱਲ ਆ, ਇਹ ਕੀ ਬਰਾਬਰੀ ਵਾਲਾ ਕਾਨੂੰਨ ਆ? ਜੀ ਅਮਨ ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਨੇ। ਹਾਂਜੀ ਤੁਸੀਂ ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹ ਰਹੇ ਹੋ? हाँ जी सर, स्टेट हरियाणा डिस्ट्रिक्ट कैपिटल से बोल रहा हूँ सर। हाँ जी बोलिए जी। तो हाँ जी, जो ये अमन देओल है ना, ये जो साडी भैन है, हाँ जी, इसने बहुत बढ़िया कदम चुके हैं सर जी स्त्री जागृति बारे जी। तो मैं ये कहना चाहूँगा भाई, जैसे माँ मतलब एक पेट से बेटा और बेटी जन्म देती जी, जब माँ वो भेदभाव नहीं कर सकती है जी, तो इसमें क्या है जैसे मतलब सरकार को भी आगे आना चाहिए जी, लड़कियों को आगे बढ़ाने के लिए जी, हर चीज में, एजुकेशन में, टेक्नोलॉजी में, हर चीज में आगे आना चाहिए सरकार को जी, और मतलब ऐड देनी चाहिए जी। तो जी, और मतलब जैसे बच्चों में और खासकर नौजवानों में जी, तो मतलब लेडीज का जो रुतबा है वो मतलब उसको जागृति देनी चाहिए नौजवानों में कि मतलब औरत क्या है। और जिस समाज में ਤੁਹਾਡਾ ਜਿਹੜਾ ਸਵਾਲ ਹੈ ਉਹ ਫੇਰ ਮੁੜ ਕੇ ਸਾਨੂੰ ਸਮਝ ਨਹੀਂ ਆ ਰਿਹਾ। ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ-ਬਹੁਤ ਧੰਨਵਾਦ। ਅਮਨ ਬਹੁਤ ਸਾਰੀਆਂ ਗੱਲਾਂ ਸਨ ਜਿਹੜੀਆਂ ਤੁਹਾਡੇ ਨਾਲ ਕਰਨੀਆਂ ਹੋਰ ਵੀ ਚਾਹੁੰਦੇ ਸੀ, ਪਰ ਉਮੀਦ ਕਰਦੇ ਹਾਂ ਕਿ ਵੱਖਰੇ ਮੰਚਾਂ ਤੋਂ ਇਹ ਗੱਲ ਚੱਲਦੀ ਰਹੇਗੀ। ਤੁਸੀਂ ਸਾਡੇ ਨਾਲ ਆਏ ਸਟੂਡੀਓ ਦੇ ਵਿੱਚ, ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸ ਦੇ ਨਾਲ ਹੀ ਅਸੀਂ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।